सिमरो अंगद दोख निकंदन अमरदास गुर हृदय त्यामो हृदय त्यामो। श्री गुरु रामदास गुण गावो। श्री अर्जन बिघ्नन के नाशक बिघ्नन के नाशक। श्री हर गोबिंद शोभ सुमत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। गुरु तेग बहादुर परम कृपाला परम कृपाला। श्री गुरु गोबिंद सिंह विशाला। गुरु तेग बहादुर परम कृपाला परम कृपाला। श्री गुरु गोबिंद सिंह विशाला। तरो तहरा पर पुन पुन सीसा पुन पुन सीसा। बंद हो बार बार जगदीशा। जिसमें है अमृत ज्ञान है माणक भगत बैराग। श्री गुरु ग्रंथ साहिब ओदद बंदों कर अनुराग। सतगुर मम बेरी कटहो निज बेरी परचार। एह बेरी होए भव सफल बिन बेरी कर पार। एकंकारा सतगुरु तेह प्रसाद सच होए। वाहेगुरु जी की फतेह बिघ्न विनाशन सोए। धन धन सच्चे पातशाह गरीब नवाज मेहरबान दीन दयाल कृपाल अंतरजामी पूਰਨ पारब्रह्म परमेश्वर सुखां दे सागर महान रहमतां बख्शिशां करन वाले सतगुरु दासां गरीबां दी सदा ही इज्जत पत रखण वाले वाहिगुरु अकाल पुरख जी दा सब रूप सच्चे पातशाह मुकत भुगत जुगत दे दाते समूह सुखां दे मालक सच्चे पातशाह हाजरा हजूर जहरा जहूर सर्व कला भरपूर समर्थ गुरु परतख गुरु धन धन सच्चे पातशाह जी महाराज धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज। बड़े ही प्रेम नाल उचारण करो जी धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज। हजूर महाराज जी दी पवित्र हजूरी दे अंदर सज के आप जी गुरबाणी जी दा रस पीना कीर्तन गुरु सवारियां पासों सरवण कर रहे सी। आओ बड़े प्रेम दे नाल तुसी सारियां ही संगतां आपां सारे ही गुरु जी दे चरनां नाल कुछ समय वास्ते जुड़िए। गुरु घर दा पवित्र इतिहास आप सब संगतां ही हर रोज़ ही सरवण करदे हो। बड़े प्रेम नाल दोवें हथ जोड़ के
ਸਭ ਤੋਂ ਪਹਿਲਾਂ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸਰਵਣ ਕੀਤਾ ਕੱਲ ਦੇ ਦਿਨ ਸਾਧ ਸੰਗਤ ਜੀ, ਬੜੇ ਵੱਡੇ ਭਾਗ ਹੋਣ ਗੁਰਸਿੱਖੀ ਪ੍ਰਾਪਤ ਹੁੰਦੀ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਗੁਰੂ ਕੇ ਸਿੱਖਾਂ ਦੇ ਬਹੁਤ ਵੱਡੇ ਭਾਗ ਹਨ। ਕੱਲ ਆਪ ਜੀ ਨੇ ਸਰਵਣ ਕੀਤਾ ਗੁਰੂ ਕੀ ਸਿੱਖੀ ਵਿੱਚ ਮਹਾਨ ਟਿਕੇ ਹੋਏ, ਜਿਨ੍ਹਾਂ ਨੂੰ ਸਤਿਗੁਰਾਂ ਨੇ ਆਖਿਆ ਸੀ ਤੁਸੀਂ ਸਾਡੇ ਸੀਨਾ ਹੋ, ਜਿਨ੍ਹਾਂ ਨੂੰ ਸਤਿਗੁਰਾਂ ਨੇ ਬਚਨ ਆਖਿਆ ਸੀ ਤੁਸੀਂ ਸਦਾ ਹੀ ਗੁਰੂ ਕੇ ਰਸ ਵਿੱਚ ਭਿੱਜੇ ਰਹਿੰਦੇ ਹੋ, ਜਿਨ੍ਹਾਂ ਨੂੰ ਸਤਿਗੁਰਾਂ ਨੇ ਆਖਿਆ ਸੀ ਤੁਹਾਡਾ ਹਿਰਦਾ ਵਿਕਾਰਾਂ ਤੋਂ ਰਹਿਤ ਹੋ ਚੁੱਕਾ ਹੈ, ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣਾ ਪਿਆਰਾ ਆਖਿਆ। ਔਰ ਸਾਧ ਸੰਗਤ ਜੀ, ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣਾ ਰੂਪ ਆਖਿਆ ਜੀ। ਕਹਿਣ ਦਾ ਭਾਵ ਇਹ ਹੈ, ਧੰਨ ਬਾਬਾ ਬਿਧੀ ਚੰਦ ਸਾਹਿਬ ਜੀ, ਬਾਬਾ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਜੀਵਨ, ਉਹਨਾਂ ਦੇ ਇਤਿਹਾਸਕ ਕਾਰਜ, ਇਹ ਸਾਰੇ ਪ੍ਰਸੰਗ ਆਪ ਜੀ ਨੇ ਸਰਵਣ ਕੀਤੇ। ਬਾਬਾ ਜੀ ਨੇ ਗੁਰੂ ਘਰ ਵਿੱਚ ਰਹਿ ਕੇ ਬਹੁਤ ਵੱਡੀ ਸੇਵਾ ਕੀਤੀ। ਸੇਵਾ ਕਰ ਕਰਕੇ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਲਈ ਬ੍ਰਹਮ ਗਿਆਨ ਦੀ ਦਾਤ ਬਾਬਾ ਜੀ ਦੇ ਹਿਰਦੇ ਵਿੱਚ ਟਿੱਕੀ ਹੋਈ ਸੀਗੀ ਜੀ। ਬਾਬਾ ਜੀ ਦਾ ਬੜਾ ਹੀ ਮਹਾਨ ਜੀਵਨ, ਬੜਾ ਨਿਰਮਲ ਜੀਵਨ, ਜੋੜਨ ਵਾਲਾ ਜੀਵਨ ਸੀ ਬਾਬਾ ਜੀ ਦਾ। ਔਰ ਆਪ ਜੀ ਨੇ ਸੁਣਿਆ ਜ਼ਿੰਦਗੀ ਦਾ ਅਖੀਰੀ ਸਮਾਂ ਜਦੋਂ ਬਾਬਾ ਜੀ ਦਾ ਆਇਆ ਤੇ ਬਾਬਾ ਜੀ ਨੇ ਆਪਣੇ ਪੁੱਤਰ ਨੂੰ ਆਖਿਆ ਸੀ, ਪੁੱਤਰ ਮੇਰੀ ਜ਼ਿੰਦਗੀ ਗੁਰੂ ਹਰਗੋਬਿੰਦ ਸਾਹਿਬ ਦੇ ਆਲੇ ਦੁਆਲੇ ਘੁੰਮੀ ਹੈ, ਮੈਨੂੰ ਜੋ ਪ੍ਰਾਪਤ ਹੋਇਆ ਉਹ ਗੁਰੂ ਘਰੋਂ ਪ੍ਰਾਪਤ ਹੋਇਆ ਹੈ, ਤੇ ਪੁੱਤਰ ਤੂੰ ਵੀ ਕਦੀ ਗੁਰੂ ਜੀ ਦਾ ਦਰ ਨਹੀਂ ਛੱਡਣਾ, ਸਦਾ ਗੁਰੂ ਜੀ ਦੀ ਆਗਿਆ ਵਿੱਚ ਰਹਿਣਾ। ਆਪਣੇ ਪੁੱਤਰ ਦੀ ਬਾਂਹ ਸਤਿਗੁਰਾਂ ਨੂੰ ਫੜਾਈ, ਆਪ ਆਗਿਆ ਲਈ ਮਹਾਰਾਜ ਮੈਨੂੰ ਯੂਪੀ ਜਾਣ ਦਿਓ। ਸਤਿਗੁਰਾਂ ਨੇ ਬਚਨ ਕੀਤਾ ਸਦਾ ਸਾਂਝ ਤੇਰੀ ਪੁਸ਼ਤੈਨੀ, ਨਿਭੈ ਗੁਰ ਕਰ ਸੰਗ ਸੁਖੈਨੀ। ਬਾਬਾ ਜੀ ਫਿਰ ਕਿਸ ਤਰੀਕੇ ਨਾਲ ਯੂਪੀ ਗਏ, ਆਪ ਜੀ ਨੇ ਕੱਲ ਸਾਰਾ ਪ੍ਰਸੰਗ ਸਰਵਣ ਕੀਤਾ ਸੀ। ਸੰਗਤ ਜੀ, ਬੜੀ ਅਚਰਜਤਾਈ ਦੀ ਬਾਤ ਹੈ। ਕਿਉਂ? ਸਰੀਰ ਨੂੰ ਛੱਡਣਾ, ਆਪਾਂ ਲੱਖ ਵਾਰ ਸਿਰ ਤੇ ਸਰੀਰ ਤੇ ਚਾਦਰਾਂ ਲੈ ਕੇ ਤੁਰੇ ਫਿਰੀਏ ਜੀ, ਹਾਂਜੀ, ਪਰ ਜਦੋਂ ਵਾਹਿਗੁਰੂ ਜੀ ਦਾ ਹੁਕਮ ਹੋਏਗਾ ਸਰੀਰ ਤੇ ਉਰੋਂ ਹੀ ਛੱਡਿਆ ਜਾਣਾ ਜੀ। ਕੋਈ ਬੰਦਾ ਕਥਾ ਸੁਣ ਕੇ ਰੀਸ ਕਰਨ ਲੱਗ ਪਏ ਵੀ ਆਪਾਂ ਵੀ ਹੁਣ ਚਾਦਰ ਲੈਣ ਲੱਗੇ ਆ। ਗੁਰਮੁਖੋ, ਜਦੋਂ ਵਾਹਿਗੁਰੂ ਜੀ ਦਾ ਹੁਕਮ ਹੋਏਗਾ ਸਰੀਰ ਉਰੋਂ ਤਿਆਗਣਾ ਹੈ। ਬਾਬਾ ਜੀ ਨੇ ਆਗਿਆ ਲਈ ਸੁੰਦਰ ਸ਼ਾਹ ਫਕੀਰ ਦੇ ਕੋਲ ਗਏ, ਉਹਨੂੰ ਜਾ ਕੇ ਆਖਿਆ ਉੱਠ ਪਿਆਰੇ, ਆਪਣਾ ਸਮਾਂ ਆ ਗਿਆ ਹੈ। ਸੁੰਦਰ ਸ਼ਾਹ ਫਕੀਰ ਸਮਾਧੀ ਵਿੱਚ ਬੈਠੇ ਸਨ। ਉਠਾਇਆ ਤੇ ਸੰਗਤ ਜੀ ਆਪ ਫਿਰ ਆਖਿਆ ਆਪਣਾ ਜਿਹੜਾ ਬਚਨ ਹੈ ਉਹ ਪੂਰਾ ਉਹ ਚੱਲਾ। ਕਹਿਣ ਲੱਗੇ ਕੀ ਆਪਣਾ ਬਚਨ ਸੀ? ਵੀ ਆਪਾਂ ਇਕੱਠੇ ਹੀ ਸਰੀਰ ਛੱਡਾਂਗੇ। ਅੱਜ ਉਹ ਸਮਾਂ ਆ ਗਿਆ। ਇਸ਼ਨਾਨ ਕੀਤਾ ਇਕੱਠਿਆਂ ਨੇ। ਇਸ਼ਨਾਨ ਕਰਨ ਤੋਂ ਬਾਅਦ ਆਪਣੇ ਆਪਣੇ ਆਸਣ ਵਿਛਾਲੇ ਤੇ ਬਾਬਾ ਬਿਧੀ ਚੰਦ ਜੀ ਸਰੀਰ ਛੱਡਣ ਤੋਂ ਪਹਿਲਾਂ ਗੁਰਮੁਖੋ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਸਿਫਤਾਂ ਕਰਦੇ ਨੇ। ਤੁਸੀਂ ਸੁਣਿਆ, ਆਖਿਆ ਸੁੰਦਰ ਸ਼ਾਹ ਇਹ ਜੋ ਕੁਛ ਹੈ ਮੇਰੇ ਮਾਲਕ ਦੇ ਸਦਕਾ ਹੈ। ਸੁੰਦਰ ਸ਼ਾਹ ਜੀ ਸਭ ਕੁਝ ਜੇ ਮੈਨੂੰ ਪ੍ਰਾਪਤ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪ੍ਰਾਪਤ ਹੋਇਆ। ਗੁਰਮੁਖੋ, ਜਿੱਥੋਂ ਬੰਦੇ ਨੂੰ ਪ੍ਰਾਪਤੀ ਹੋਵੇ ਉਹਦਾ ਜ਼ਰੂਰ ਜਸ ਕਰਨਾ ਚਾਹੀਦਾ। ਗੱਜ ਕੇ ਆਖੋ ਵਾਹਿਗੁਰੂ। ਜਿੱਥੋਂ ਪ੍ਰਾਪਤੀ ਹੋਵੇ ਉੱਥੋਂ ਦਾ ਜ਼ਰੂਰ ਜਸ ਕਰਨਾ ਚਾਹੀਦਾ ਹੈ। ਬਾਬਾ ਜੀ ਨੇ ਜਸ ਕੀਤਾ ਬੜਾ ਜੀ, ਤੇ ਬਾਬਾ ਜੀ ਨੇ ਹੁਣ ਸਰੀਰ ਤਿਆਗਣਾ ਸੀ। ਆਪ ਜੀ ਨੇ ਸ਼ਬਦ ਸਰਵਣ ਕੀਤਾ ਸੀ, ਮਾਨ ਮੋਹ ਅਰ ਲੋਭ ਵਿਕਾਰਾ ਬਿਓ ਚੀਤ ਨਾ ਕਾਲਿਓ। ਇਹ ਬਾਬਾ ਜੀ ਦਾ ਆਪਣਾ ਜੀਵਨ ਸੀਗਾ ਸਾਧ ਸੰਗਤ ਜੀ। ਮਾਨ ਮੋਹ ਅਰ ਲੋਭ ਵਿਕਾਰਾ ਬਿਓ ਚੀਤ ਨਾ ਕਾਲਿਓ, ਨਾਮ ਰਤਨ ਗੁਣਾ ਹਰ ਬਣਜੇ ਲਾਦ ਵਖਰ ਲੈ ਚਾਲਿਓ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਾਰੀ ਉਮਰ ਜਿੰਦਿਆਂ ਜੀ ਜੋ ਬੰਦੇ ਨੇ ਚੇਤੇ ਕੀਤਾ, ਮੌਤ ਸਮੇਂ ਬੰਦੇ ਨੂੰ ਉਹ ਕੁਝ ਚੇਤੇ ਆਉਂਦਾ ਜੀ। ਇਹ ਕੁਦਰਤੀ ਗੱਲ ਹੈ। ਸਾਰੀ ਉਮਰ ਮਾਇਆ ਚੇਤਾ ਕੀਤੀ ਹੈ, ਮਰਨ ਸਮੇਂ ਬੰਦੇ ਨੂੰ ਮਾਇਆ ਚੇਤੇ ਆਵੇਗੀ। ਧਿਆਨ ਜਿਹੜਾ ਰਿਸ਼ਤੇਦਾਰਾਂ ਵਿੱਚ ਰਿਹਾ, ਮਰਨ ਸਮੇਂ ਧਿਆਨ ਰਿਸ਼ਤੇਦਾਰਾਂ ਵਿੱਚ ਰਹੇਗਾ। ਹਾਂਜੀ। ਔਰ ਸੰਗਤ ਜੀ, ਜਿਸ ਤਰੀਕੇ ਦਾ ਧਿਆਨ ਬੰਦੇ ਦਾ ਹੁੰਦਾ
ਬੰਦਾ ਉਸੇ ਤਰੀਕੇ ਨਾਲ ਅਗਲੀ ਜੂਨ ਪ੍ਰਾਪਤ ਕਰਦਾ ਜੀ। ਤੁਸਾਂ ਸੁਣਿਆ ਗੁਰਬਾਣੀ ਦਾ ਸ਼ਬਦ ਹੈ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਬਦਤ ਤਲੋਚਨ ਤੇ ਨਰ ਮੁਕਤਾ, ਪੀਤਾੰਬਰ ਵਾਂਕੈ ਹਿਰਦੈ ਬਸੈ। ਇਹਦੇ ਤੋਂ ਪਹਿਲਾਂ ਮਹਾਰਾਜ ਨੇ ਆਖਿਆ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਸਰਪ ਜੋਨ ਵੱਲ ਵੱਲ ਅਵਤਰੈ। ਅੰਤ ਕਾਲ ਜੋ ਮੰਦਰ ਸਮਰੈ, ਐਸੀ ਚਿੰਤਾ ਮਹਿਜੇ ਮਰੈ, ਪ੍ਰੇਤ ਜੋਨ ਵੱਲ ਵੱਲ ਅਵਤਰੈ। ਹਾਂਜੀ, ਜੇ ਘਰ ਵੱਲ ਹੀ ਧਿਆਨ ਹੈ ਤੇ ਬਾਬਾ ਜੀ, ਬਾਬਾ ਤਰਲੋਚਨ ਜੀ ਇਹ ਗੱਲ ਕਹਿੰਦੇ ਨੇ ਕਿ ਉਹ ਬੰਦਾ ਫਿਰ ਪ੍ਰੇਤ ਬਣੇਗਾ ਜੀ, ਭਗਤ ਜੀ ਕਹਿੰਦੇ ਨੇ। ਹਾਂਜੀ, ਇਹ ਸਾਰਾ ਕੁਝ ਸੁਣਿਆ। ਬਾਬਾ ਜੀ ਦੀ ਪ੍ਰੀਤ ਓੜਕ ਤਪ ਨਿਭੀ, ਅੰਤ ਤੱਕ ਨਿਭੀ, ਜਿੰਦਿਆਂ ਜੀ ਵੀ ਚੇਤਾ ਰੱਖਿਆ, ਅੰਤ ਸਮੇਂ ਵੀ ਚੇਤਾ ਰੱਖਿਆ ਜੀ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ ਰਹਾਓ। ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉਠ ਵਾਹੂ ਕੋ ਦੌਰਿਓ। ਇਹ ਬਾਬਾ ਜੀ ਦਾ ਜੀਵਨ ਸੀਗਾ ਜੀ ਸਾਰਾ। ਆਗਿਆ ਮਹਿ ਭੂਖ, ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੈ ਲੈ ਮਾਨਿਓ। ਭਇਓ ਕਿਰਪਾਲ ਠਾਕੁਰ ਸੇਵਕ ਕੋ, ਸਬਰੇ ਹਲਤ ਪਲਾਤਾ, ਧਨ ਸੇਵਕ ਸਫਲ ਉਹ ਆਇਆ, ਜਿਨ ਨਾਨਕ ਖਸਮ ਪਛਾਤਾ। ਇਹ ਸਾਰਾ ਬਾਬਾ ਜੀ ਦਾ ਜੀਵਨ ਸੀਗਾ ਜੀ। ਬਾਬਾ ਜੀ ਨੇ ਆਪਣੇ ਜੀਵਨ ਵਿੱਚ ਗੁਰੂ ਘਰ ਦੀ ਮਹਾਨ ਖੁਸ਼ੀ ਪ੍ਰਾਪਤ ਕੀਤੀ। ਜਿਨੇ ਜਿਨੇ ਬਾਬਾ ਜੀ ਦੇ ਦਰਸ਼ਨ ਕੀਤੇ, ਉਹਨੇ ਵੀ ਫਿਰ ਮਹਾਨ ਖੁਸ਼ੀਆਂ ਪ੍ਰਾਪਤ ਕੀਤੀਆਂ। ਗੱਜ ਕੇ ਆਖੋ ਵਾਹਿਗੁਰੂ। ਸਤਿਗੁਰਾਂ ਨੇ ਬਾਬਾ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਉਹਨਾਂ ਦੇ ਪੁੱਤਰ ਬਾਬਾ ਲਾਲ ਚੰਦ ਜੀ ਨੂੰ ਦਸਤਾਰ ਸਜਾਈ। ਅੱਜ ਵੀ ਬਾਬਾ ਬਿਧੀ ਚੰਦ ਜੀ ਦਾ ਸਾਰੇ ਪੰਥ ਵਿੱਚ ਬੜਾ ਨਾਮ ਹੈ। ਬਾਬਾ ਜੀ ਦਾ ਦਲ ਪੰਥ ਨਿਹੰਗ ਸਿੰਘਾਂ ਦਾ ਹੈ, ਔਰ ਪਹਿਲਾਂ ਬਾਬਾ ਦਇਆ ਸਿੰਘ ਜੀ, ਹੁਣ ਅੱਜ ਕੱਲ੍ਹ ਬਾਬਾ ਅਵਤਾਰ ਸਿੰਘ ਜੀ, ਬਾਬਾ ਗੁਰਬਚਨ ਸਿੰਘ ਜੀ ਬਾਬਾ ਜੀ ਦੀ ਅੰਸ਼ ਵੰਸ਼ ਵਿੱਚੋਂ ਹਨ ਜੀ, ਬਾਬਾ ਬਿਧੀ ਚੰਦ ਜੀ ਦੀ। ਔਰ ਜੋ ਮਾਣ ਸਤਿਕਾਰ ਗੁਰੂ ਘਰ ਵਿੱਚ ਉਹਨਾਂ ਦਾ ਹੈ, ਉਹ ਆਪਣਾ ਹੀ ਵੱਖਰਾ ਇੱਕ ਸਥਾਨ ਰੱਖਦਾ ਜੀ। ਹਾਂਜੀ, ਤੁਸੀਂ ਵੇਖਿਆ ਹੋਏਗਾ, ਉਹ ਜਦੋਂ ਵੀ ਕਿਸੇ ਸਮਾਗਮ ਤੇ ਜਾਣ ਜਾਂ ਦੂਰ ਕਿਸੇ ਦੇਸ਼ ਵਿਦੇਸ਼ ਵਿੱਚ ਜਾਣ, ਗੁਰੂ ਕੀਆਂ ਸੰਗਤਾਂ ਚੇਚਾ ਉਹਨਾਂ ਦਾ ਸਤਿਕਾਰ ਕਰਦੀਆਂ ਨੇ। ਕਿਉਂ? ਉਹ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਰਤ ਰਹੇ ਨੇ। ਹੁਣ ਇਹਦੇ ਤੋਂ ਅੱਗੇ ਜਿਹੜੀ ਕਥਾ ਹੈ ਉਹ ਆਪਾਂ ਨੇ ਸਰਵਣ ਕਰਨੀ ਹੈ। ਆਪਣੀ ਜ਼ਿੰਦਗੀ ਵਿੱਚ ਇਹੋ ਜਿਹੇ ਮਹਾਂਪੁਰਸ਼ਾਂ ਦਾ ਜੀਵਨ ਸੁਣਦੇ ਹੀ ਰਹਿਣਾ ਚਾਹੀਦਾ, ਜਿਨ੍ਹਾਂ ਨੂੰ ਸੁਣ ਕੇ ਭਗਤੀ ਕਰਨ ਦਾ ਚਾਅ ਪੈਦਾ ਹੋਵੇ ਤੇ ਸੇਵਾ ਕਰਨ ਦਾ ਚਾਅ ਪੈਦਾ ਹੋਵੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫੇਰ ਆਖੋ ਗੱਜ ਕੇ ਵਾਹਿਗੁਰੂ। ਜਿਨ੍ਹਾਂ ਦਾ ਜੀਵਨ ਸੁਣ ਕੇ ਭਗਤੀ ਕਰਨ ਦਾ ਚਾਅ ਪੈਦਾ ਹੋਵੇ, ਸੇਵਾ ਕਰਨ ਦਾ ਚਾਅ ਪੈਦਾ ਹੋਵੇ। ਆਪਣੇ ਆਪ ਵਿੱਚ ਬੜੇ ਬੜੇ ਧਾਰਮਿਕ ਪੁਰਸ਼ ਜਦੋਂ ਉਹ ਵੀ ਐਸਾ ਕੰਮ ਛੱਡ ਦਿੰਦੇ ਨੇ ਤੇ ਕਈ ਵਾਰੀ ਜੀਵਨ ਰੁਕ ਜਾਂਦਾ ਜੀ। ਜਿਹੜਾ ਰੁਕਿਆ ਹੋਇਆ ਜੀਵਨ ਹੈ ਨਾ ਜੀ, ਉਹ ਇੰਨੀ ਵਧੀਆ ਗੱਲ ਨਹੀਂ ਹੈਗੀ ਜੀ। ਰੁਕਿਆ ਹੋਇਆ ਜੀਵਨ ਬਦਬੂ ਮਾਰਨ ਲੱਗ ਪੈਂਦਾ ਹੈ। ਭਾਵ ਰੁਕਿਆ ਹੋਇਆ ਜਿਹੜਾ ਜੀਵਨ ਹੈ ਉਹਦੇ ਵਿੱਚੋਂ ਹੰਕਾਰ ਦੀ ਬਦਬੂ ਆਉਣ ਲੱਗ ਪੈਂਦੀ ਹੈ, ਤੇ ਬੰਦਾ ਪੜ੍ਹਦਾ ਰਵੇ, ਸੁਣਦਾ ਰਵੇ, ਸਿੱਖਿਆ ਲੈਂਦਾ ਰਵੇ, ਉਹਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਾ ਰਵੇ ਜੀ। ਹੁਣ ਇੱਕ ਐਸਾ ਹੀ ਅੱਜ ਦਾ ਪ੍ਰਸੰਗ ਹੈ। ਬਿਲਕੁਲ ਇਹਦੇ ਤੋਂ ਅਗਲੀ ਕਥਾ ਜੋ ਹੈ, ਭਾਈ ਸੰਤੋਖ ਸਿੰਘ ਜੀ, ਬੜੀ ਵੱਡੀ ਪੰਥ ਨੂੰ ਉਹਨਾਂ ਦੀ ਦੇਣ ਹੈ। ਉਹਨਾਂ ਨੇ ਸਾਰਾ ਗੁਰੂ ਕਾ ਇਤਿਹਾਸ ਲਿਖਿਆ। ਹੁਣ ਇਹਦੇ ਤੋਂ ਅੱਗੇ ਕਥਾ ਸੁਣੋ। ਸਭ ਸੰਗਤਾਂ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਫੇਰ ਆਖੋ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਦਿਵਸ ਸ਼੍ਰੀ ਹਰਗੋਬਿੰਦ ਪਹੁੰਚ ਉਪਬਨ ਪਿਖਨ ਬਿਲੰਦ। ਬਾਬਾ ਜੀ, ਬਾਬਾ ਗੁਰਦਿੱਤਾ ਜੀ ਦਾ ਕੁਦਰਤ ਨਾਲ ਬਹੁਤ ਪ੍ਰੇਮ ਸੀਗਾ ਜੀ। ਬਾਬਾ ਜੀ ਨੇ ਜਿੱਥੇ ਕੀਰਤਪੁਰ ਸ਼ਹਿਰ ਵਸਾਇਆ,
ਉੱਥੇ ਬਾਬਾ ਜੀ ਨੇ ਇੱਕ ਬੜਾ ਸੋਹਣਾ ਬਾਗ ਲਵਾਇਆ ਸੀਗਾ ਜੀ, ਬੜਾ ਸੋਹਣਾ ਬਾਗ ਲਵਾਇਆ। ਗੁਰਮੁਖੋ, ਬੂਟਿਆਂ ਦਾ ਸ਼ੌਂਕ ਵੀ ਉਹਨਾਂ ਨੂੰ ਹੋਏਗਾ ਜਿਨ੍ਹਾਂ ਦਾ ਅੰਦਰੋਂ ਮਨ ਹਰਿਆ ਹੋਏਗਾ ਜੀ। ਜਿਹੜੇ ਅੰਦਰੋਂ ਕਠੋਰ ਨੇ ਉਹਨਾਂ ਨੂੰ ਪੱਥਰਾਂ ਨਾਲ ਹੀ ਪਿਆਰ ਹੋਏਗਾ ਜੀ, ਕਿਉਂ ਹਿਰਦਾ ਜੂ ਪੱਥਰ ਹੈ ਜੀ, ਤੇ ਪਿਆਰ ਵੀ ਉਹਨਾਂ ਦਾ ਪੱਥਰਾਂ ਨਾਲ ਹੀ ਹੋਏਗਾ ਜੀ। ਇਹ ਕੁਦਰਤੀ ਗੱਲ ਹੈ। ਬਾਬਾ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਵਿੱਚ ਬਹੁਤ ਸੋਹਣਾ ਬਾਗ ਲਵਾਇਆ ਸੀਗਾ ਇੱਕ ਜੀ। ਮਹਾਰਾਜ ਸੱਚੇ ਪਾਤਸ਼ਾਹ ਬੈਠੇ, ਸਹਿਜ ਸੁਭਾਅ ਮਨ ਵਿੱਚ ਵਿਚਾਰ ਆਇਆ ਵੀ ਬਾਬਾ ਗੁਰਦਿੱਤਾ ਜੀ ਨੇ ਜਿਹੜਾ ਬਾਗ ਲਵਾਇਆ ਸੀ ਉਹਦੇ ਦਰਸ਼ਨ ਕਰਕੇ ਆਈਏ, ਉਹ ਬਾਗ ਵੇਖ ਕੇ ਆਈਏ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸਹਿਤ ਸਿੱਖਾਂ ਦੇ, ਫੌਜਾਂ ਦੇ ਸੱਚੇ ਪਾਤਸ਼ਾਹ ਨੇ ਉਸ ਬਾਗ ਵਿੱਚ ਜਾਣ ਦਾ ਫੁਰਨਾ ਬਣਾਇਆ ਜੀ। ਤੁਸੀਂ ਆਪਣੀ ਜ਼ਿੰਦਗੀ ਵਿੱਚ ਬਾਗਾਂ ਵਿੱਚ ਗਏ ਹੋਵੋਗੇ ਜੀ, ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਇਕੱਲੇ ਨਹੀਂ ਬਾਗ ਵਿੱਚ ਗਏ, ਬਹੁਤ ਸਾਰੇ ਸਿੱਖ ਸੱਚੇ ਪਾਤਸ਼ਾਹ ਜੀ ਨੇ ਨਾਲ ਲਏ ਜਦੋਂ ਮਹਾਰਾਜ ਬਾਗ ਵਿੱਚ ਗਏ ਜੀ। ਔਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਨਾਲ ਹੀ ਆਪਣੇ ਪੋਤਰੇ ਨੂੰ ਗੁਰੂ ਜੀ ਨੇ ਲਿਆ ਜਿਨ੍ਹਾਂ ਦਾ ਨਾਮ ਗੁਰੂ ਹਰਿਰਾਏ ਸਾਹਿਬ ਹੈ ਜੀ। ਉਸ ਸਮੇਂ ਤੇ ਸ੍ਰੀ ਹਰਿਰਾਏ ਸਾਹਿਬ ਕਹਿੰਦੇ ਸੀਗੇ, ਉਹਨਾਂ ਨੂੰ ਵੀ ਨਾਲ ਲਿਆ, ਫੌਜਾਂ ਨੂੰ ਨਾਲ ਲਿਆ, ਘੋੜਿਆਂ ਤੇ ਗੁਰੂ ਸਾਹਿਬ ਚੜ੍ਹੇ ਤੇ ਸਾਧ ਸੰਗਤ ਜੀ ਕਰਦਿਆਂ ਕਰਦਿਆਂ ਕੀਰਤਪੁਰ ਸਾਹਿਬ ਉਸ ਬਾਗ ਵਿੱਚ ਪਹੁੰਚੇ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹ ਬਾਗ ਅੱਜ ਵੀ ਬਣਿਆ ਹੋਇਆ ਜੀ ਕੀਰਤਪੁਰ ਸਾਹਿਬ। ਅੱਜ ਇਸ ਬਾਗ ਦੀ ਗੱਲ ਹੋ ਰਹੀ ਹੈ ਨਾ ਕਥਾ ਵਿੱਚ, ਇਹ ਬਾਗ ਅੱਜ ਵੀ ਸ੍ਰੀ ਕੀਰਤਪੁਰ ਸਾਹਿਬ ਵਿੱਚ ਹੈ। ਹਾਂਜੀ, ਖਰੇ ਜਹਾਂ ਬਹੁਤ ਤਰਵਰ ਜਾਤੀ। ਸੱਚੇ ਪਾਤਸ਼ਾਹ ਘੋੜੇ ਤੋਂ ਉਤਰੇ ਜੀ, ਆਪ ਚੱਲ ਕੇ ਮਹਾਰਾਜ ਗਰੀਬ ਨਵਾਜ ਜੀ ਬਾਗ ਦੇ ਅੰਦਰ ਗਏ ਜੀ, ਜਿੱਥੇ ਬੜੇ ਸੋਹਣੇ ਰੁੱਖ ਲੱਗੇ ਸਨ ਜੀ। ਹਾਂਜੀ, ਚੰਪਕ ਰਾਏ ਬੇਲ ਬਹੁ ਭਾਂਤੀ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਚੰਪਕ ਰਾਏ ਵੇਲਾਂ, ਚੰਪਕ ਰਾਏ ਵੇਲਾਂ, ਹੋਰ ਕਈ ਪ੍ਰਕਾਰ ਦੇ ਬੂਟੇ, ਕਈ ਪ੍ਰਕਾਰ ਦੇ ਰੁੱਖ ਉਸ ਬਾਗ ਵਿੱਚ ਲੱਗੇ ਸੀ। ਬਾਬਾ ਗੁਰਦਿੱਤਾ ਜੀ ਬਹੁਤ ਸਮਾਂ ਕੀਰਤਪੁਰ ਸਾਹਿਬ ਰਹੇ ਸਨ ਜੀ, ਇਸ ਕਰਕੇ ਬੜੇ ਚਾਅ ਨਾਲ ਉਹਨਾਂ ਨੇ ਇਹ ਬਾਗ ਲਵਾਇਆ ਸੀਗਾ ਜੀ। ਹੁਣ ਸੁਣੋ ਕਿਹੜੇ ਕਿਹੜੇ ਰੁੱਖ ਉਹਨਾਂ ਨੇ ਇਸ ਬਾਗ ਵਿੱਚ ਲਵਾਏ ਸਨ। ਹਾਂਜੀ, ਆੜੂ ਅਮਰੂਦ ਤਰ ਅੰਬ। ਆੜੂ ਅਮਰੂਦ ਅੰਬ ਨਿੰਬੂ, ਇਹ ਜਿੰਨੇ ਰੁੱਖ ਸਨ ਉਸ ਬਾਗ ਵਿੱਚ ਲੱਗੇ ਸਨ ਜੀ। ਹਾਂਜੀ, ਨਿੰਬੂ ਕਦਲੀ ਖਰੇ ਕਮੰਦ। ਨਿੰਬੂ, ਹਾਂਜੀ, ਕੇਲੇ, ਕਤੰਬ, ਇਹੋ ਜਿਹੇ ਪੇੜ ਖਲੋਤੇ ਸਨ। ਕਿਤੇ ਤੇ ਛੋਟਾ ਰੁੱਖ ਸੀਗਾ ਜੀ, ਵੱਖ ਵੱਖ ਫਲਾਂ ਦੇ ਹਿਸਾਬ ਨਾਲ ਰੁੱਖਾਂ ਦੇ ਕੱਦ ਹੁੰਦੇ ਜੀ। ਹਾਂਜੀ, ਕੇਲੇ ਦਾ ਰੁੱਖ ਬਹੁਤ ਉੱਚਾ ਹੁੰਦਾ ਜੀ। ਹਾਂਜੀ, ਫਿਰ ਮਤਲਬ ਉੱਚਾ ਹੁੰਦਾ ਜੀ ਆਮ ਰੁੱਖਾਂ ਨਾਲੋਂ। ਕਈ ਵਾਰੀ ਤੁਸੀਂ ਵੇਖੋ ਕੇਲੇ ਦਾ ਰੁੱਖ ਉੱਚਾ ਹੁੰਦਾ ਜੀ। ਹਾਂਜੀ, ਤੇ ਕਈ ਵਾਰੀ ਬਰਾਬਰ ਵੀ ਹੁੰਦਾ ਜੀ। ਰੁੱਖਾਂ ਦੇ ਕੱਦ ਹੁੰਦੇ ਜੀ ਆਪਣੇ ਹਿਸਾਬ ਦੇ ਨਾਲ ਜੀ। ਅੰਬ ਦਾ ਵੱਖਰਾ ਕੱਦ ਹੈ, ਆੜੂ ਦਾ ਵੱਖਰਾ ਕੱਦ ਹੁੰਦਾ ਜੀ, ਫਿਰ ਅਮਰੂਦ ਦੇ ਰੁੱਖਾਂ ਦਾ ਵੱਖਰਾ ਕੱਦ, ਅਮਰੂਦ ਦਾ ਆਪਣਾ ਵੱਖਰਾ ਕੱਦ ਹੁੰਦਾ ਜੀ। ਹਾਂਜੀ, ਕਰਦਿਆਂ ਕਰਦਿਆਂ ਸੱਚੇ ਪਾਤਸ਼ਾਹ ਉਹ ਸਾਰੇ ਰੁੱਖਾਂ ਨੂੰ ਵੇਖ ਰਹੇ ਜੀ। ਆੜੂ ਦਾ ਰੁੱਖ ਆ ਗਿਆ, ਅਮਰੂਦ ਦਾ ਰੁੱਖ ਆ ਗਿਆ, ਅੰਬਾਂ ਦੇ ਰੁੱਖ ਆ ਗਏ ਜੀ, ਨਿੰਬੂਆਂ ਦੇ ਰੁੱਖ ਨਿੱਕੇ ਹੁੰਦੇ ਜੀ ਉਹ ਵੀ ਆ ਗਏ ਜੀ, ਫਿਰ ਕੇਲਿਆਂ ਦਾ ਰੁੱਖ ਆ ਗਿਆ ਜੀ। ਹਾਂਜੀ, ਦਾਰਮ ਸੇਊ ਫਾਰਸੇ ਖਿਰਨੀ। ਤੇ ਫਿਰ ਅਨਾਰ ਦਾ ਰੁੱਖ ਆ ਗਿਆ ਜੀ, ਸੇਬਾਂ ਦੇ ਰੁੱਖ ਆ ਗਏ ਜੀ, ਫਾਲਸਿਆਂ ਦੇ ਰੁੱਖ ਆ ਗਏ ਜੀ, ਖਿਰਨੀਆਂ, ਇਤ ਆਦਿਕ ਪਤਾ ਨਹੀਂ ਕਿੰਨੇ ਕੁ ਬਾਬਾ ਗੁਰਦਿੱਤਾ ਜੀ ਨੇ ਰੁੱਖ ਲਵਾਏ ਸੀਗੇ ਜੀ ਬਾਗ ਦੇ ਵਿੱਚ। ਜਿੱਥੇ ਰੁੱਖ ਲਵਾਏ ਸੀ ਉੱਥੇ ਫੁੱਲਾਂ ਵਾਲੇ ਬੂਟੇ ਵੀ ਲਵਾਏ ਸਨ ਜੀ। ਬੜਾ ਸੋਹਣਾ ਬਾਗ ਬਾਬਾ ਗੁਰਦਿੱਤਾ ਜੀ ਲਾ ਕੇ ਗਏ ਸਨ। ਸੱਚੇ ਪਾਤਸ਼ਾਹ ਮਹਾਰਾਜ ਬੜੇ ਆਨੰਦ ਵਿੱਚ ਉਸ ਬਾਗ ਦੇ ਵਿੱਚ ਚੱਕਰ ਲਾ ਰਹੇ ਨੇ। ਹਾਂਜੀ, ਕਰੈ ਸਰਾਹਨ ਇਹ ਬਰ ਬਿਕਸਿਓ। ਅੰਤਰ ਬਰੇ ਤਰੋਵਰ ਹੈ ਰਹੇ। ਮਹਾਰਾਜ ਅੰਤਰ ਗਏ ਜਾ ਕੇ ਉਹ ਰੁੱਖ ਵੇਖਣ ਸੱਚੇ ਪਾਤਸ਼ਾਹ ਮਹਾਰਾਜ। ਹਾਂਜੀ, ਪੁਸ਼ਪ ਪੁਸ਼ਪ ਪਰ ਦ੍ਰਿਸ਼ਟੀ ਪਰੇ ਰਹੇ। ਤੇ ਸੱਚੇ ਪਾਤਸ਼ਾਹ ਕੱਲੇ ਕੱਲੇ ਰੁੱਖ ਉੱਤੇ ਦ੍ਰਿਸ਼ਟੀ ਪਾ ਰਹੇ ਤੇ ਕੱਲੇ ਕੱਲੇ ਫੁੱਲ ਉੱਤੇ ਦ੍ਰਿਸ਼ਟੀ ਪਾ ਰਹੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਚੀਜ਼ਾਂ ਬੜਾ ਪ੍ਰਭਾਵ ਲੈਂਦੀਆਂ ਜੀ। ਤੁਸੀਂ ਕਿਸੇ ਰੁੱਖ ਵੱਲ ਪਿਆਰ ਨਾਲ ਵੇਖੋ, ਕਿਸੇ ਫੁੱਲ ਵੱਲ ਜੀ ਪਿਆਰ ਨਾਲ ਵੇਖਦੇ ਰਹੋ, ਤੁਹਾਡੇ ਪਿਆਰ ਦੀ ਵੇਖਣੀ ਦਾ ਅਸਰ ਉਹਦੇ ਉੱਤੇ ਪੈ ਜਾਏਗਾ ਜੀ। ਤੁਸੀਂ ਉਹਦੇ ਨੂੰ ਪਿਆਰ ਨਾਲ ਵੇਖੋ, ਅਸਰ ਪਏਗਾ ਜੀ ਤੁਹਾਡੇ ਉੱਤੇ, ਉਹਦੇ ਉੱਤੇ ਜੀ।
ਮਹਾਰਾਜ ਸੱਚੇ ਪਾਤਸ਼ਾਹ ਰੁੱਖਾਂ ਨੂੰ ਵੀ ਵੇਖ ਰਹੇ ਨੇ, ਫੁੱਲਾਂ ਨੂੰ ਵੀ ਵੇਖ ਰਹੇ, ਕੱਲੇ ਕੱਲੇ ਫੁੱਲ ਉੱਤੇ ਦ੍ਰਿਸ਼ਟੀ ਪਾ ਰਹੇ ਨੇ। ਕਿੱਥੇ ਗੈਂਦੇ ਦਾ ਫੁੱਲ ਲੱਗਾ, ਕਿੱਥੇ ਮਾਲਤੀ ਦਾ ਫੁੱਲ ਲੱਗਾ, ਕਿੱਥੇ ਗੁਲਾਬ ਦਾ ਫੁੱਲ ਲੱਗਾ। ਸੱਚੇ ਪਾਤਸ਼ਾਹ ਕੱਲੇ ਕੱਲੇ ਫੁੱਲ ਉੱਤੇ ਵੀ ਦ੍ਰਿਸ਼ਟੀ ਪਾ ਰਹੇ ਨੇ। ਫਿਰ ਭਾਈ ਸਾਹਿਬ ਲਿਖਦੇ ਨੇ, ਕਰਾਂ ਸਰਾਹਨ ਇਹ ਬਰ ਬਿਕਸਿਓ। ਸੱਚੇ ਪਾਤਸ਼ਾਹ ਮਹਾਰਾਜ ਬੜੀ ਸ਼ਲਾਘਾ ਕਰਦੇ ਨੇ। ਹਾਂਜੀ, ਤੇ ਜਿਹੜਾ ਰੁੱਖ ਵਧੀਆ ਹੈ, ਚੰਗਾ ਪ੍ਰਫੁੱਲਤ ਹੁੰਦਾ ਨਾ, ਮਹਾਰਾਜ ਉਸ ਰੁੱਖ ਨੂੰ ਵੀ ਆਸ਼ੀਰਵਾਦ ਦਿੰਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖ ਮਹਾਂਪੁਰਸ਼ ਨੇ ਤੇ ਹਰ ਇੱਕ ਦਾ ਹੀ ਭਲਾ ਕਰਨਾ ਜੀ। ਮਹਾਰਾਜ ਰੁੱਖ ਨੂੰ ਵੀ ਆਸ਼ੀਰਵਾਦ ਦੇਂਦੇ। ਵੇਖੋ ਕਿੱਡਾ ਸੋਹਣਾ ਰੁੱਖ ਖਿੜਿਆ, ਕਹਿਣ ਲੱਗੇ। ਫਿਰ ਅੱਗੇ ਪੜੋ ਜੀ। ਇਸਕੋ ਟੌਰ ਉਚੇਰੇ ਨਿਕਸਿਓ। ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨਾਲ ਬਚਨ ਕਰਨ। ਵੇਖੋ ਕਹਿਣ ਲੱਗੇ ਇਹਦਾ ਸਿੱਟਾ ਕਿੰਨਾ ਉੱਚਾ ਨਿਕਲਿਆ, ਕਹਿਣ ਲੱਗੇ। ਹਾਂਜੀ, ਇਸ ਤਰੀਕੇ ਨਾਲ ਹਜੂਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰੁੱਖਾਂ ਨੂੰ ਆਸ਼ੀਰਵਾਦ ਦੇਂਦੇ ਜੀ। ਹਾਂਜੀ, ਇਸਕੋ ਸੁੰਦਰ ਬਰਨ ਵਿਸਾਲਾ। ਤੇ ਫਿਰ ਮਹਾਰਾਜ ਗੱਲ ਕਰਦੇ, ਵੇਖੋ ਇਸ ਰੁੱਖ ਦਾ ਕਿੱਡਾ ਸੋਹਣਾ ਰੰਗ ਹੈ। ਜਿੱਥੇ ਫੁੱਲ ਦੀ ਗੱਲ ਆਉਂਦੀ ਹੈ, ਸੱਚੇ ਪਾਤਸ਼ਾਹ ਮਹਾਰਾਜ ਸਿੱਖਾਂ ਨੂੰ ਕਹਿੰਦੇ, ਵੇਖੋ ਕਹਿਣ ਲੱਗੇ ਇਸ ਫੁੱਲ ਦਾ ਰੰਗ ਕਿੱਡਾ ਸੋਹਣਾ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਇਹ ਕੋਈ ਸਕੈਚ ਪੈਨ ਦੇ ਨਾਲ ਫੁੱਲਾਂ ਦੇ ਰੰਗ ਨਹੀਂ ਭਰੇ, ਕੁਦਰਤ ਨੇ ਰੰਗ ਭਰੇ ਆ ਜੀ। ਕੁਦਰਤ ਨੇ ਰੰਗ ਭਰੇ ਨੇ। ਕੁਦਰਤ ਵਿੱਚ ਬੜੇ ਕਿਸਮ ਦੇ ਫੁੱਲ ਨੇ ਜੀ, ਤੇ ਬੜੇ ਵੱਖੋ ਵੱਖਰੇ ਰੰਗਾਂ ਦੇ ਫੁੱਲ ਨੇ, ਬੜੇ ਤਰ੍ਹਾਂ ਦੇ ਰੁੱਖ ਨੇ। ਸੱਚੇ ਪਾਤਸ਼ਾਹ ਕੱਲੇ ਕੱਲੇ ਦਾ ਰੰਗ ਵੇਖ ਕੇ ਮਹਾਰਾਜ ਉਹਦੀਆਂ ਤਾਰੀਫਾਂ ਕਰਨ ਦਏ ਜੀ। ਹਾਂਜੀ, ਇਹ ਆਛੋ ਸੋ ਹੈ ਵਿੱਚ ਮਾਲਾ। ਮਹਾਰਾਜ ਸੱਚੇ ਪਾਤਸ਼ਾਹ ਦੱਸਣ ਦੇ ਵੀ ਆਹ ਜਿਹੜੇ ਫੁੱਲ ਨੇ ਇਹ ਮਾਲਾ ਵਿੱਚ ਬੜੇ ਸੋਹਣੇ ਲੱਗਣਗੇ, ਇਹਨਾਂ ਦਾ ਹਾਰ ਬੜਾ ਸੋਹਣਾ ਬਣਨਾ, ਇਹਨਾਂ ਦਾ ਫੁੱਲਾਂ ਦਾ ਸਿਹਰਾ ਬੜਾ ਸੋਹਣਾ ਬਣੇਗਾ। ਸੱਚੇ ਪਾਤਸ਼ਾਹ ਇਸ ਤਰ੍ਹਾਂ ਸਿੱਖਾਂ ਨਾਲ ਵਿਚਾਰ ਕਰਨ ਦਏ ਜੀ। ਹਾਂਜੀ, ਚਾਰ ਪਾਖੁਰੀ ਇਸਕੀ ਸੋਹਤ। ਹਾਂਜੀ, ਆਕ੍ਰਿਤ ਮਹਾ ਬਨੀ ਮਨ ਮੋਹਤ। ਤੇ ਸੱਚੇ ਪਾਤਸ਼ਾਹ ਇੱਕ ਫੁੱਲ ਲਾਗੇ ਖਲੋਗੇ ਜੀ, ਉਹਦੀਆਂ ਉੱਪਰ ਵਾਲੀਆਂ ਪੰਪਣੀਆਂ ਬੜੀਆਂ ਸੋਹਣੀਆਂ ਜੀ, ਉੱਪਰ ਵਾਲੇ ਪੱਤੇ ਬੜੇ ਸੋਹਣੇ। ਮਹਾਰਾਜ ਕਹਿੰਦੇ ਸਿੱਖਾਂ ਨੂੰ, ਵੇਖੋ ਕਹਿਣ ਲੱਗੇ ਕੁਦਰਤ ਦੀ ਅਸਚਰਜਤਾ ਹੀ ਵੇਖੋ। ਪਰਮੇਸ਼ਰ ਨੇ ਜਿੱਥੇ ਕਈ ਤਰ੍ਹਾਂ ਦੇ ਜੀਵ ਸੰਸਾਰ ਤੇ ਪੈਦਾ ਕੀਤੇ, ਉੱਥੇ ਕਈ ਤਰ੍ਹਾਂ ਦੇ ਫੁੱਲ ਬੂਟੇ ਵੀ ਵਾਹਿਗੁਰੂ ਨੇ ਬਣਾਏ ਨੇ। ਹਾਂਜੀ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸਿੱਖਾਂ ਨਾਲ ਗੱਲ ਕਰਨ ਦੇ। ਜਿਹੜਾ ਰੁੱਖ ਹਰਿਆ ਸੀਗਾ, ਬਹੁਤੇ ਹਰੇ ਰੁੱਖ ਜਿਹੜੇ ਸਨ, ਮਹਾਰਾਜ ਨਾਲੇ ਸਿੱਖਾਂ ਨੂੰ ਸਿੱਖਿਆ ਦਿੰਦੇ ਹੋਏ ਤੁਰੇ ਜਾ ਰਹੇ। ਪਿੱਛੇ ਬੇਅੰਤ ਸਿੱਖ, 7.5 ਫੁੱਟ ਉੱਚਾ ਕੱਦ 6ਵੇਂ ਪਾਤਸ਼ਾਹ ਦਾ, ਹੋਰ ਪਿੱਛੇ ਸਿੱਖ ਸੰਗਤਾਂ ਤੁਰਨ ਰਹੀਆਂ। ਮਹਾਰਾਜ ਕਹਿਣ ਲੱਗੇ, ਭਾਈ ਤੁਹਾਨੂੰ ਪਤਾ ਇਹ ਰੁੱਖ ਹਰੇ ਕਿਉਂ ਨੇ? ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਆਪ ਜੀ ਵੀ ਬੜੇ ਧਿਆਨ ਨਾਲ ਸੁਣਿਓ, ਕਦੀ ਕਿਸੇ ਰੁੱਖ ਵੱਲ ਵੇਖੋ, ਵਿਚਾਰ ਕਰੋ ਵੀ ਇਹ ਰੁੱਖ ਹਰਿਆ ਕਿਉਂ ਹੈਗਾ ਜੀ। ਹਾਂਜੀ, ਮਹਾਰਾਜ ਕਹਿਣ ਲੱਗੇ ਤੁਹਾਨੂੰ ਪਤਾ ਇਹ ਰੁੱਖ ਹਰੇ ਭਰੇ ਕਿਉਂ ਨੇ? ਮਹਾਰਾਜ ਤੁਸੀਂ ਕਰੋ ਕਿਰਪਾ। ਸੱਚੇ ਪਾਤਸ਼ਾਹ ਕਹਿੰਦੇ ਸਿੱਖੋ ਇਹ ਰੁੱਖ ਆਪਣੇ ਮੁੱਢ ਨਾਲ ਜੁੜੇ ਹੋਏ ਨੇ। ਹਾਂਜੀ, ਇਹਨਾਂ ਦੀ ਜੜ ਜ਼ਮੀਨ ਦੇ ਥੱਲੇ ਹੈ, ਉੱਤੋਂ ਦੀ ਪਾਣੀ ਮਿਲ ਰਿਹਾ ਹੈ, ਮੁੱਢ ਨਾਲ ਜੁੜੇ ਹੋਏ ਕਰਕੇ ਇਹ ਹਰੇ ਭਰੇ ਨੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਗੁਰਮੁਖੋ, ਜਿਹੜਾ ਰੁੱਖ ਆਪਣੇ ਮੁੱਢ ਤੋਂ ਟੁੱਟ ਜਾਵੇ ਉਹ ਰੁੱਖ ਫਿਰ ਸੁੱਕ ਜਾਂਦਾ ਜੀ। ਤੁਸੀਂ ਆਪਣੀ ਜ਼ਿੰਦਗੀ 'ਚ ਇਹ ਚੀਜ਼ਾਂ ਬਹੁਤ ਵਾਰ ਵੇਖੀਆਂ, ਜਿਹਦੀਆਂ ਜੜ੍ਹਾਂ ਉਖੜ ਜਾਣ, ਜਿਹੜਾ ਮੁੱਢ ਤੋਂ ਟੁੱਟ ਜਾਵੇ, ਉਹ ਫਿਰ ਜਿਹੜਾ ਰੁੱਖ ਹੈ ਗੁਰਮੁਖੋ ਉਹ ਫਿਰ ਸੁੱਕ ਜਾਂਦਾ ਜੀ। ਹਾਂਜੀ, ਇਸੇ ਤਰ੍ਹਾਂ ਬੰਦੇ ਦੇ ਅੰਦਰ ਦੀ ਕਹਾਣੀ ਹੈਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਜਿੰਨਾ ਚਿਰ ਤੱਕ ਤੇ ਵਾਹਿਗੁਰੂ ਜੀ ਦਾ ਨਾਮ ਹੈ, ਬੰਦੇ ਦਾ ਅੰਦਰ ਖਿੜਿਆ ਰਹੇਗਾ, ਹਰਿਆ ਭਰਿਆ ਰਹੇਗਾ। ਜਦੋਂ ਅੰਦਰ ਨਾਮ ਰੂਪੀ ਪਾਣੀ ਮਿਲਣਾ ਬੰਦ ਹੋ ਗਿਆ ਨਾ ਜੀ, ਤੇ ਬੰਦੇ ਨੇ ਵੀ ਕੁਮਲਾ ਜਾਂਦਾ ਜੀ, ਸੁੱਕ ਜਾਂਦਾ ਜੀ, ਬਦਬੂ ਮਾਰਨ ਲੱਗ ਪੈਂਦੇ ਉਹਦੇ ਖਿਆਲਾਤ ਜੀ। ਹਾਂਜੀ, ਮਹਾਰਾਜ ਗੁਰਬਾਣੀ 'ਚ ਲਿਖਦੇ, ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਨਾਮ ਜਪਿਆ ਕਰੋ, ਹਰੇ ਭਰੇ ਰਹੋਗੇ। ਕਹਿਣ ਲੱਗੇ ਹਾਂਜੀ, ਅੰਦਰ ਖੇੜਾ ਬਣਿਆ ਰਹੇਗਾ, ਅੰਦਰ ਸੰਤੋਖ ਬਣਿਆ ਰਹੇਗਾ, ਅੰਦਰ ਚਾਅ ਬਣਿਆ ਰਹੇਗਾ, ਜਦੋਂ ਪ੍ਰੇਮ ਨਾਲ ਵਾਹਿਗੁਰੂ ਜੀ ਦਾ ਨਾਮ ਜਪੋਗੇ। ਹਾਂਜੀ, ਸੱਚੇ ਪਾਤਸ਼ਾਹ ਸਿੱਖਿਆ ਦਿੰਦੇ ਜਾ ਰਹੇ, ਭਾਈ
ਇਹ ਰੁੱਖ ਆਪਣੇ ਮੁੱਢ ਨਾਲ ਜੁੜੇ ਹੋਏ ਨੇ, ਇਹ ਤਾਂ ਹਰੇ ਭਰੇ ਨੇ ਜੀ। ਹਾਂਜੀ, ਬਹੁਤ ਸਾਰੇ ਐਸੇ ਰੁੱਖ ਨੇ, ਤੁਸੀਂ ਉਹਨਾਂ ਦਾ ਧਿਆਨ ਨਾ ਦਿਓ, ਪਾਣੀ ਨਾ ਦਿਓ ਜੀ, ਉਹ ਕੁਮਲਾਉਣਾ ਸ਼ੁਰੂ ਹੋ ਜਾਂਦੇ ਜੀ। ਇਸੇ ਤਰ੍ਹਾਂ ਫੁੱਲਾਂ ਦਾ ਹਾਲ ਹੈ। ਮਹਾਰਾਜ ਤੁਰੇ ਜਾ ਰਹੇ ਬਾਗ ਵਿੱਚ ਜੀ, ਨਾਲੇ ਸਿੱਖਾਂ ਨੂੰ ਸਿੱਖਿਆ ਦਿੰਦੇ ਹੋਏ ਜਾ ਰਹੇ ਜੀ। ਹਾਂਜੀ, ਸ਼੍ਰੀ ਹਰਿ ਰਾਏ ਸੋ ਕੁਸ਼ਕ ਪਸ਼ੇਰੇ। ਸੱਚੇ ਪਾਤਸ਼ਾਹ ਮਹਾਰਾਜ ਬਾਗ ਵਿੱਚ ਚੱਲੀ ਜਾ ਰਹੇ ਜੀ, ਤੇ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ, ਜਿਨ੍ਹਾਂ ਦੀ ਉਮਰ ਵਿਦਵਾਨਾਂ ਉਰੋਂ 7 ਸਾਲ ਦੀ ਵੀ ਲਿਖੀ ਹੈ, ਵੱਖ-ਵੱਖ ਵਿਦਵਾਨਾਂ ਦੀ ਰਾਏ। ਖੈਰ ਬਚਪਨ ਦੀ ਉਮਰ ਸੀਗੀ, ਘੋੜੇ ਤੇ ਚੜੇ ਆ ਰਹੇ ਸੀਗੇ ਜੀ। ਹਾਂਜੀ, ਤੇ ਉਹ ਪਿੱਛੇ ਰਹਿ ਗਏ ਜੀ। ਹਾਂਜੀ, ਹੁਤੇ ਤੁਰੰਗ ਪੰਥ ਕੇ ਨੇਰੇ। ਮਹਾਰਾਜ ਗੁਰੂ ਹਰਿ ਰਾਏ ਸਾਹਿਬ ਉਸ ਸਮੇਂ ਉੱਥੇ ਪਹੁੰਚ ਗਏ ਜਿੱਥੇ ਘੋੜੇ ਬੰਨੇ ਹੋਏ ਸਨ ਜੀ। ਹਾਂਜੀ, ਰੁਕਿਓ ਪੌਰ ਉਪਬਨ ਕੋ ਤਬੈ। ਹਾਂਜੀ, ਕਹਿ ਕਰ ਕੀਨੇ ਬਰ ਜਨ ਸਬੈ। ਗੁਰਮੁਖੋ ਭਾਈ ਸੰਤੋਖ ਸਿੰਘ ਜੀ ਲਿਖਦੇ, ਜਦੋਂ ਆਪਣੇ ਘੋੜੇ ਤੇ ਪਹੁੰਚੇ ਨਾ, ਨਾਲ ਕੁਝ ਦਾਸ ਸਨ ਉਹਨਾਂ ਦੇ ਪਿੱਛੇ ਜੀ, ਤੇ ਅੱਗੇ ਘੋੜੇ ਸਨ, ਕਿਉਂ ਮਹਾਰਾਜ ਨਾਲ ਬੜੇ ਸਿੱਖ ਆਏ ਸੀ, ਸਿੱਖ ਘੋੜਿਆਂ ਤੇ ਵੀ ਆਏ ਸਨ, ਤੇ ਬਾਗ ਦੇ ਦਰਵਾਜ਼ੇ ਦੇ ਅੱਗੇ ਘੋੜੇ ਲੱਗੇ ਸਨ ਜੀ, ਖਲੋਤੇ ਸਨ ਜੀ, ਸੌਰੀ ਘੋੜੇ ਹੀ ਖਲੋਤੇ ਸਨ ਜੀ। ਗੁਰੂ ਹਰਿ ਰਾਏ ਸਾਹਿਬ ਜੀ ਨੇ ਇਸ਼ਾਰਾ ਕੀਤਾ ਵੀ ਭਾਈ ਹੁਣ ਘੋੜੇ ਪਰਾਂ ਕਰੋ ਆਪਣੇ। ਸਿੱਖਾਂ ਨੇ ਘੋੜੇ ਪਰਾਂ ਕੀਤੇ ਜੀ, ਆਪ ਵੀ ਉਤਰੇ ਜੀ। ਅਜੇ ਬਚਪਨ ਦਾ ਹੈਗਾ ਜੀ, ਬਚਪਨ ਦੀ ਉਮਰ ਹੈ। ਘਰ ਵਿੱਚ ਜਿਹੋ ਜਿਹਾ ਕੰਮ ਹੁੰਦਾ ਹੋਵੇ, ਬੱਚੇ ਨੂੰ ਆਦਤ ਪੈ ਜਾਂਦੀ ਉਹੋ ਜਿਹਾ ਕੰਮ ਕਰਨ ਦੀ ਜੀ। ਹਾਂਜੀ, ਆ ਨਿੱਕੇ ਨਿੱਕੇ ਬੱਚੇ ਮੋਟਰਸਾਈਕਲ ਚਲਾਈ ਫਿਰਦੇ ਜੀ, ਗੱਡੀਆਂ ਚਲਾਈ ਫਿਰਦੇ ਜੀ। ਕਿਉਂ ਜੀ? ਘਰ ਵਿੱਚ ਗੱਡੀਆਂ ਲੱਗੀਆਂ, ਆਪੇ ਚਲਾਉਣੀਆਂ ਆ ਜਾਂਦੀਆਂ ਜੀ। ਤੇ ਜਿਨ੍ਹਾਂ ਦਾ ਹੁਣ ਆਗਮਨ ਹੀ ਘੋੜਿਆਂ ਵਿੱਚ ਹੋਇਆ ਜੀ। ਸਿੱਖਾਂ ਹੈ ਤੇ ਮਹਾਰਾਜ ਦੀ ਹਜ਼ੂਰੀ ਵਿੱਚ ਹੈ, ਪਰ ਉਸ ਸਮੇਂ ਘੋੜੇ ਹੀ ਆਉਣ ਜਾਣ ਦਾ ਸਾਧਨ ਸਨ ਜੀ। ਤੇ ਫਿਰ ਬਚਪਨ ਤੋਂ ਹੀ ਘੋੜੇ ਦੀ ਸਵਾਰੀ ਸ਼ੁਰੂ ਕਰਾ ਦਿੰਦੇ ਸਨ, ਘੋੜ ਸਵਾਰੀ ਸ਼ੁਰੂ ਕਰਾ ਦਿੰਦੇ ਸਨ। ਹੁਣ ਹੈ ਤੇ ਬਚਪਨ ਦਾ ਸਰੂਪ। ਘੋੜੇ ਦੂਜਿਆਂ ਦੇ ਪਰਾਂ ਆਖ ਕੇ ਕਰਾਏ, ਫਿਰ ਆਪ ਘੋੜੇ ਤੋਂ ਉਤਰੇ ਗੁਰੂ ਹਰਿ ਰਾਏ ਸਾਹਿਬ। ਹਾਂਜੀ, ਰਸ਼ਕ ਦਾਸ ਜਿਨੋਂ ਕੇ ਸੰਗ। ਹਾਂਜੀ, ਹੁਤੇ ਅਰੋਹਨ ਬਲੀ ਤੁਰੰਗ। ਰਖਵਾਲੇ ਸੇਵਕ ਜਿਹੜੇ ਸਨ ਉਹਨਾਂ ਦੇ, ਉਹ ਵੀ ਸਾਰੇ ਘੋੜੇ ਤੇ ਚੜੇ ਹੋਏ ਸਨ, ਘੋੜਿਆਂ ਤੇ। ਹਾਂਜੀ, ਯਾਂਤੇ ਸਭ ਕਹੋ ਦਏ ਹਟਾਏ। ਹਾਂਜੀ, ਉਤਰੇ ਆਪ ਤਬੈ ਹਰਿ ਰਾਏ। ਪਹਿਲੇ ਲੱਗੇ ਹੋਏ ਘੋੜੇ ਇੱਕ ਪਾਸੇ ਤੇ ਕਰਾਏ, ਫਿਰ ਆਪ ਆਪਣੇ ਸੇਵਕਾਂ ਸਮੇਤ ਹਰਿ ਰਾਏ ਸਾਹਿਬ ਜੀ ਘੋੜੇ ਤੋਂ ਉਤਰੇ ਜੀ। ਹਾਂਜੀ, ਸ਼ਤ ਪਾਲਨ ਕੋ ਸੂਖਮ ਜਾਮਾ। ਤੇ ਗੱਜ ਕੇ ਆਖੋ ਵਾਹਿਗੁਰੂ। ਬਚਪਨ ਦਾ ਵੇਲਾ, ਛੋਟੀ ਜੀ ਉਮਰ, ਤੇ ਜਿਹੜਾ ਗਲ ਵਿੱਚ ਚੋਲਾ ਪਾਇਆ ਸੀ ਉਹ ਬੜਾ ਖੁੱਲਾ ਚੋਲਾ ਪਾਇਆ ਸੀਗਾ ਜੀ। ਹਾਂਜੀ, ਨਿਤ ਪ੍ਰਤ ਪਰ ਹੈ ਬਹੁ ਅਬਿਰਾਮਾ। ਤੇ ਗੁਰਮੁਖੋ ਉਹਦੇ ਜਿਹੜੇ ਪੱਲੇ ਸਨ ਨਾ ਜੀ, ਜਿਹੜੀਆਂ ਕਲੀਆਂ ਸਨ ਚੋਲੇ ਦੀਆਂ, 9 ਕਲੀਆਂ ਸਨ ਇੱਕ ਪਾਸੇ ਜੀ। ਇੱਕ ਪਾਸੇ 9 ਕਲੀਆਂ ਸਨ। ਆ ਜਿਵੇਂ 3 ਕਲੀਆਂ ਨੇ ਜੀ ਚੋਲੇ ਦੀਆਂ, ਤਕਰੀਬਨ ਆਮ ਗ੍ਰੰਥੀ ਭਾਈ 3-3 ਕਲੀਆਂ ਵਾਲੇ ਪਾਉਂਦੇ। ਹੁਣ ਤੇ ਵਾਹਿਗੁਰੂ ਬਖਸ਼ੇ ਜੀ, ਕਈ ਵਾਰੀ ਵੇਖ ਕੇ ਵੀ ਹੈਰਾਨ ਹੋਈਦਾ, ਸਾਡੇ ਬੰਦੇ ਸਮੇਂ ਅਨੁਸਾਰ ਆਪਣਾ ਬਾਣਾ ਵੀ ਬਦਲੀ ਜਾਂਦੇ ਜੀ। ਮੈਂ ਇੱਕ ਰਾਗੀ ਸਿੰਘ ਨੂੰ ਵੇਖਿਆ ਜੀ, ਪਹਿਲੀ ਤੇ ਗੱਲ ਜੀ, ਉਹ ਮਿਲਿਆ ਜੀ ਤੇ ਉਹਨੇ ਪੈਂਟ ਕਮੀਜ਼ ਪਾਈ ਜੀ। ਹਾਂਜੀ, ਤੇ ਪੈਂਟ ਕਮੀਜ਼ ਪਾ ਕੇ ਤੇ ਫਤਿਹ ਬੁਲਾਈ ਜੀ। ਹੁਣ ਉਹ ਪਛਾਣ ਵਿੱਚ ਨਾ ਆਵੇ ਵੀ ਉਹ ਰਾਗੀ ਸਿੰਘ ਹੈ। ਹਾਂਜੀ, ਉਹਨੂੰ ਪੁੱਛਿਆ, ਉਹ ਕਹਿਣ ਲੱਗਾ ਜੀ ਰਾਗੀ ਸਿੰਘ ਹਾਂ ਜੀ। ਲੋੜ ਵਾਸਤੇ ਤੇ ਗੁਰੂ ਕਾ ਬਾਣਾ ਪਹਿਨ ਤੇ ਜੀ, ਲੋੜ ਹੋਵੇ ਤੇ ਗੁਰੂ ਕਾ ਬਾਣਾ ਪਹਿਨ ਲਿਆ, ਨਹੀਂ ਲੋੜ ਹੈਗੀ ਤੇ ਬਾਣਾ ਪਾਉਣਾ ਹੀ ਨਹੀਂ ਜੀ। ਹਾਂਜੀ, ਲੋੜ ਵਾਸਤੇ ਬਾਣਾ ਪਹਿਨਦੇ ਜੀ, ਇਹ ਲੋੜ ਵਾਸਤੇ ਜੀ। ਤੇ ਜਿਹੜੇ ਪਾਉਂਦੇ ਨਾ ਜੀ, ਇਹ ਵਿਰਲੇ ਰਾਗੀ ਸਿੰਘ ਜਿਹੜੇ ਗਲ 'ਚ ਹਜੂਰੀਏ ਪਾਉਂਦੇ ਜੀ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ, ਵਿਰਲੇ ਰਾਗੀ ਸਿੰਘ ਨੇ ਜਿਹੜੇ ਗਲ ਵਿੱਚ ਹਜੂਰੀਏ ਪਾਉਂਦੇ, ਜਿਨ੍ਹਾਂ ਦੀ ਮੱਤ ਸਹੀ ਹੈ ਨਾ ਜੀ, ਉਹ ਤੇ ਪਾਉਂਦੇ ਜੀ। ਗਲ ਵਿੱਚ ਹਜੂਰੀਏ ਪਾ ਕੇ ਰੱਖਦੇ ਨੇ। ਤੇ ਇੱਥੋਂ ਤੱਕ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਜਿਹੜੇ ਮਹਾਂਪੁਰਖ ਨੇ, ਉਹਨਾਂ ਦਾ ਆਪਣੀ ਜ਼ਿੰਦਗੀ ਦਾ ਦਸਤੂਰ ਸੀ, ਗਲ ਵਿੱਚੋਂ ਹਜੂਰੀਆ ਨਹੀਂ ਲਾਇਆ ਜੀ ਉਹਨਾਂ ਨੇ। ਹਾਂਜੀ, ਹਜੂਰੀਆ ਨਿਮਰਤਾ ਦੀ ਨਿਸ਼ਾਨੀ ਹੈਗੀ ਜੀ। ਉਹਨਾਂ ਦੇ ਜਿੰਨੇ ਸੰਗੀ ਸਾਥੀ ਸਨ, ਉਹ ਅੱਜ ਤੱਕ ਸਾਰੇ ਗਲ ਵਿੱਚ ਹਜੂਰੀਆ ਪਾ ਕੇ ਰੱਖਦੇ ਜੀ। ਹਾਂਜੀ, ਤੇ ਆ ਹੁਣ ਜਿਹੜੇ ਰਾਗੀ ਸਿੰਘ ਨਵੇਂ ਉੱਠੇ ਜੀ, ਉਹ ਨਹੀਂ ਹਜੂਰੀਆ ਪਾਉਂਦੇ, ਬਸ ਉਰੋਂ ਪੈਕ ਕੀਤਾ ਹੁੰਦਾ ਵਾਜੇ ਵਿੱਚ ਜੀ, ਉਹ ਉਸੇ ਵੇਲੇ ਕੱਢ ਕੇ ਪਾ ਲੈਂਦੇ ਜੀ।
सतगुरु जी की हजूरी विच आउणा बड़ी सावधानता दे नाल आउणा। हाँ जी, ते फिर चोले कलियां वाले पाउणे बंद कर दिते जी इन्हां ने। गज के आखो वाहिगुरू। ਉਹ बस सीधे जे कटिंग जे वाले चोले पाए हुंदे, ना पता लगता भी बीबी का सूट है ते ना पता लगता भी बंदे का सूट है जी। हाँ जी, वो बीबियां ने सीधे पाए हुंदे जी, और रागियां ने भी सीधे जे पाने शुरू कर दिते जी, ते कई ज्ञानियां ने भी पाने शुरू कर दिते जी। घट कोई नहीं हैगा जी। जेड़े पुरातन बस्तर सन मर्यादा अनुसार ओह ही पाने चाहिए। गल विच हजूरिया भी रखना चाहिए जी। जदों गुरु जी ने सानू जामा बख्शिश किया ते फिर कादी परवाह हैगी जी। लोड़ वास्ते बाणा पहन लिया, बाद चो फिर उवें तुरे फिरे जी। सुनो, बचपन की उम्र ते श्री गुरु हरराय साहब ने जिहड़ा जामा पाया ओहदियां 9 कलियां जी एक पासे जी। हाँ जी, 9 इस पासे 9 इस पासे, अगे भी 18 ते 9 एक पासे 9 एक पासे, पिछे भी 18 जी। हाँ जी, जिन्नियां कलियां वधदियां जाणगियां ओना चोला खुला हुंदा जाएगा थलड़े पासियों जी। हाँ जी, 9 कलियां वाला चोला पाया जी, कुल मिला के 36 हो जांदियां जी। बड़ा ही सोहना जामा पाया जी, ते सुंद चिट्टे रंग दा बाणा पाया, 36 ओनू कलियां जी, ते अजे कद भी बहुता उच्चा नहीं सी हैगा जी, ते बड़ा ही फब रहा सीगा जी उन्हां नू। हाँ जी, सुंदर परियो सिकंद दुकूल, मोढे ते एक सोहना हजूरिया भी रखिया होया जी। गज के आखो वाहिगुरू। हुणे उन्हां दे बचपन दी ड्रैस हैगी जी, बचपन दी। चलो जेड़े सिख कारोबार करदे उन्हां नू तां नहीं असीं कहंदे जी, पर जिन्हां दा काम ही हैगा वो ते कपड़े पाउण ना जी, जेड़ी मर्यादा वो ते पूरी रखण ना जी। हाँ जी, जिन्हां नू गुरु जी ने बख्शिश ही कर दित्ती है, इस पासे ला ही दिता, वो घट्टो घट बस्तर सही पाउण जी। जेड़े गुरु घर दे कारजां विच जरूरी वो पाउण जी। गुरु हरराय साहब ने 36 कलियां वाला झोला पाया जी, ते मोढे ते परना रखिया जी, हजूरिया रखिया जी। हाँ जी, मन हो मृदुलता को तन मूल, ते अजे मुख ते दाड़ा नहीं आया जी, दाड़ा नहीं आया। गोरा रंग चेहरे दा, ते उत्ते चिट्टे रंग दा दस्तारा, चिट्टे रंग दा ही जामा, ते चिट्टे रंग दा ही परना मोढे ते रखिया होया जी। हाँ जी, मिले पितामा के संग जाई, मन विच इच्छा सी भी मैं पिछे रह गए, असीं पिछे रह गए हैं, ते दादा जी नू जाके छेती मिलिए। हाँ जी, यांते चाल चलत चपलाई, इस करके जेड़ी चाल सीगी ना जी, वो छेती छेती तुरना शुरू हो गए जी, छेती छेती जी। हाँ जी, वायु बेग चलन ते परस्यो, बाबा जी ते गुरु हरराय साहब ते ठीक तुरे जा रहे सन, पर एकदम हवा बड़ी तेज वगन लग पई जी। हवा तेज वगन लग पई, जिहदे करके जामा खुला होने करके जामे दा आकार वध गया जी। हाँ जी, छत पालन जामे को सरस्यो, ते गुरमुखो ओ जामे दी एक कली जाके फुल नाल अड़ गई जी। गज के आखो वाहिगुरू। हुण मेरे बंदियां हाडियां ने विरोध कर देना भी पवाला चोले, वेख ला काम पुठा हो गया। ये ते किते किते है जी, एक अद्धी गल करके अपने बस्तर नहीं त्याग दईदे जी। हाँ जी, एक अद्धी गल करके बस्तर थोड़ी त्याग देने जी। जामा खुला सीगा जी, हवा चली जी, ओ जामे दी एक कली जाके फुल नू जाके लग गई जी। हाँ जी, पसरियो कनो शिपर चल जाही, हाँ जी, सुंदर फूल हुतो मन माही, जिथे बड़ा एक सोहना फुल सीगा जी, उथे जाके जामा लग गया जी, अटक गया जी विच। हाँ जी, सो जामे लग अटकत टूटा, बाबा जी ने छेती नाल जामा खिंचिया जी। वाहिगुरु गुरु हरराय साहब जी ने छेती नाल जामा खिंचिया जी, ते जामा भाव चोला खिंचण करके वो जिहड़ा फुल लगा सी वो टुट गया जी। हाँ जी, एंचन करे शाख ते शूटा, वो एकदम टाणी तो टुट गया जी फुल। हाँ जी, शूटियो टूटियो पुष्प रहियो तन परियो, हाँ जी, श्री हर राय बेग तिम धरियो, वेख भी लिया भी फुल टुट गया जी, पर हुण टुट गया सीगा, एक पासे पिया रहन दिता। आप छेती नाल दादा सतगुरु जी दे कोल जाना चाहया जी, भी आप छेती छेती उत्थे पहुंच जाइए जिथे साडे सतगुरु जी ने, दादा जी ने। हाँ जी, मिलन पितामे को चित चाही,
ਕਹਾਂ ਰਹੇ ਜਬ ਲਗ ਕਹਿ ਨਾਹੀ। ਉਧਰੋਂ ਗੁਰੂ ਹਰਗੋਬਿੰਦ ਸਾਹਿਬ ਪੁੱਛਣ, ਮਹਾਰਾਜ ਕਹਿਣ ਲੱਗੇ ਜਦੋਂ ਦੇ ਅਸੀਂ ਬਾਗ ਵਿੱਚ ਆਏ ਆ, ਹਰ ਰਾਏ ਜੀ ਇੱਥੇ ਸਾਡੇ ਲਾਗੇ ਨਹੀਂ ਹੈਗੇ, ਕਿੱਥੇ ਨੇ ਉਹ ਪਤਾ ਕਰੋ। ਹਾਂਜੀ। ਸੰਗ ਦਾਸ ਤਿਨ ਗਮਨਤ ਗਏ, ਹਾਂਜੀ। ਸਤਿਗੁਰ ਨਿਕਟ ਪਹੁੰਚਤ ਭਏ। ਅਜੇ ਮਹਾਰਾਜ ਬਚਨ ਹੀ ਕਰ ਰਹੇ ਸਨ ਜੀ, ਉਧਰੋਂ ਮਹਾਰਾਜ ਗੁਰੂ ਹਰ ਰਾਏ ਸਾਹਿਬ ਜੀ ਦਾਸਾਂ ਸਮੇਤ ਆਪਣੇ ਦਾਦਾ ਸਤਿਗੁਰੂ ਜੀ ਦੇ ਨੇੜੇ ਆ ਗਏ ਜੀ। ਉਹ ਮਲਾਪ ਹੋ ਗਿਆ ਜੀ ਬਾਗ ਦੇ ਵਿੱਚ। ਹਾਂਜੀ। ਸਨੇ ਸਨੇ ਫਿਰ ਉਪਬਨ ਸੈਲ, ਮਹਾਰਾਜ ਸੱਚੇ ਪਾਤਸ਼ਾਹ ਨੇ ਉਂਗਲ ਫੜ ਲਈ ਜੀ, ਹੌਲੀ ਹੌਲੀ ਸਾਰੇ ਬਾਗ ਦੀ ਸੈਰ ਕਰਾਈ ਜੀ, ਸਾਰੇ ਬਾਗ ਦੀ ਸੈਰ। ਹਾਂਜੀ। ਸ਼੍ਰੀ ਹਰਗੋਬਿੰਦ ਸਿੱਖ ਬਹੁ ਗੈਲ, ਬਹੁਤ ਸਾਰੇ ਸਿੱਖ ਹਜੂਰ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਆ ਰਹੇ ਸਨ। ਮਹਾਰਾਜ ਨੇ ਹਰ ਰਾਏ ਸਾਹਿਬ ਜੀ ਦਾ ਉਂਗਲ ਫੜਿਆ ਜੀ, ਉਂਗਲ ਫੜੀ ਹੈ, ਸਿੱਖ ਪਿੱਛੇ ਪਿੱਛੇ ਆ ਰਹੇ ਸਨ ਤੇ ਮਹਾਰਾਜ ਅੱਗੇ ਅੱਗੇ ਤੁਰੇ ਜਾ ਰਹੇ ਸਨ। ਹਾਂਜੀ। ਸੁੰਦਰ ਰਵਸ਼ ਸਥੰਡਲ ਘਨੇ, ਹਾਂਜੀ। ਹਾਥ ਪਰ ਬੀਨਨ ਕੇ ਲਗ ਬਨੇ। ਹਾਂਜੀ। ਤਿਨ ਪਰ ਚੱਲੇ ਜਾਹੇ ਸਭ ਆਗੇ, ਹਾਂਜੀ। ਗਮਨੇ ਭੀਰ ਲਾਰ ਕੋ ਲਾਗੇ। ਬਾਗ ਦੇ ਵਿੱਚ ਵਿੱਚ ਸੋਹਣੀ ਸੜਕ ਬਣੀ ਹੋਈ ਸੀਗੀ ਜੀ। ਹਾਂਜੀ। ਥਾਂ ਪੱਕਾ ਕੀਤਾ ਗਿਆ ਸੀ, ਉਸ ਪੱਕੇ ਥਾਂ ਉੱਤੇ ਸਤਿਗੁਰੂ ਜੀ ਤੁਰੇ ਜਾ ਰਹੇ, ਹਰ ਰਾਏ ਸਾਹਿਬ ਜੀ ਤੁਰੇ ਜਾ ਰਹੇ ਨੇ ਤੇ ਪਿੱਛੇ ਪਿੱਛੇ ਗੁਰੂ ਕੀਆਂ ਸੰਗਤਾਂ ਤੁਰੀਆਂ ਜਾ ਰਹੀਆਂ ਜੀ। ਹਾਂਜੀ। ਵਿਖਿਓ ਤਰੋਵਰ ਸੁੰਦਰ ਛਾਇਆ, ਹਾਂਜੀ। ਬੈਠਨ ਹੇਤ ਰਿਦਾ ਬਿਸਮਾਇਆ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਕਿ ਰੁੱਖ ਦੀ ਬੜੀ ਸੰਘਣੀ ਛਾਂ ਸੀਗੀ ਜੀ, ਬੜੀ ਸੰਘਣੀ ਛਾਂ। ਹਜੂਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੇਖਿਆ ਵੀ ਧੁੱਪ ਪੂਰੀ ਹੈ, ਧੁੱਪ ਦਾ ਸਮਾਂ ਚੜ ਆ ਗਿਆ ਸੀ, ਧੁੱਪ ਚੜ ਗਈ ਹੈ, ਕੁਝ ਸਮਾਂ ਬਾਗ ਵਿੱਚ ਛਾਵੇਂ ਬੈਠੀ ਹੈ ਜੀ, ਛਾਵੇਂ ਜੀ। ਮਹਾਰਾਜ ਨੇ ਮਨ ਵਿੱਚ ਵਿਚਾਰ ਬਣਾਇਆ ਜੀ। ਹਾਂਜੀ। ਹੋਤੀ ਸਗਨ ਬਹੁ ਤਿਸਕੇ ਤਰੇ, ਫਰਸ਼ ਕਰਾਏ ਬੈਠਿਓ ਕਰੇ। ਬੜੀ ਸੰਘਣੀ ਛਾਂ ਸੀਗੀ ਜੀ ਰੁੱਖ ਦੀ। ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਆਖਿਆ, ਭਾਈ ਕੁਝ ਸਮਾਂ ਅਸੀਂ ਇੱਥੇ ਬੈਠਣਾ, ਇਸ ਰੁੱਖ ਦੀ ਛਾਂ ਹੇਠਾਂ ਬੈਠਣਾ। ਗੁਰੂ ਕੇ ਸਿੱਖਾਂ ਬੜੀ ਛੇਤੀ ਉੱਥੇ ਤਿਆਰੀ ਕਰ ਦਿੱਤੀ ਜੀ। ਗੱਜ ਕੇ ਆਖੋ ਵਾਹਿਗੁਰੂ। ਇੱਕ ਸਿੱਖ ਨੇ ਚਾਦਰ ਇਤ ਆਦਿਕ ਵਸਤੂਆਂ ਨਾਲ ਹੀ ਰੱਖੀਆਂ ਹੁੰਦੀਆਂ ਸਨ ਜੀ। ਜਿੱਥੇ ਮਹਾਰਾਜ ਜੀ ਦਾ ਚਿੱਤ ਕਰਦਾ ਮਹਾਰਾਜ ਉੱਥੇ ਆਸਣ ਲਵਾ ਲੈਂਦੇ ਸਨ ਜੀ। ਹਾਂਜੀ। ਅਨੇਕ ਭਾਂਤ ਕੀ ਬਾਤਨ ਕਰਤੇ, ਹਾਂਜੀ। ਤ੍ਰਿਣ ਸਬਜੀ ਚਹੁ ਔਰ ਨਿਹਰਤੇ। ਸੱਚੇ ਪਾਤਸ਼ਾਹ ਬੈਠ ਕੇ ਕਈ ਪ੍ਰਕਾਰ ਦੇ ਬਚਨ ਬਿਲਾਸ ਕੀਤੇ, ਸਿੱਖਾਂ ਨੂੰ ਸਿੱਖਿਆ ਦਿੱਤੀ, ਸਿੱਖੋ ਜੇ ਮੁੱਢ ਨਾਲ ਜੁੜੇ ਰਹੋਗੇ ਤੇ ਰੁੱਖ ਦੀ ਤਰ੍ਹਾਂ ਹਰੇ ਰਹੋਗੇ। ਕਹਿਣ ਲੱਗੇ ਅੰਦਰ ਤੁਹਾਡਾ ਹਰਿਆ ਭਰਿਆ ਰਹੇਗਾ। ਮੁੱਢ ਕੀ ਹੈ? ਵਾਹਿਗੁਰੂ 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 ਵਾਹਿਗੁਰੂ। ਜੇ ਆਪਣੇ ਮੁੱਢ ਨਾਲ ਜੁੜੇ ਰਹੋਗੇ ਤੇ ਹਰੇ ਭਰੇ ਰਹੋਗੇ। ਕਈ ਪ੍ਰਕਾਰ ਦੇ ਬਚਨ ਸੱਚੇ ਪਾਤਸ਼ਾਹ ਨੇ ਕੀਤੇ। ਉਸੇ ਬਾਗ ਵਿੱਚ ਸਬਜ਼ੀਆਂ ਵੀ ਸਨ ਜੀ। ਮਹਾਰਾਜ ਨੇ ਉਹਨਾਂ ਸਬਜ਼ੀਆਂ ਵੱਲ ਵੀ ਦ੍ਰਿਸ਼ਟੀ ਪਾਈ, ਫੁੱਲਾਂ ਵੱਲ, ਫਲਾਂ ਵੱਲ, ਰੁੱਖਾਂ ਵੱਲ। ਬਾਗ ਜਿਹੜੇ ਨੇ ਨਾ ਜੀ, ਇਹਨਾਂ ਅੰਦਰ ਜਾ ਕੇ ਬੰਦੇ ਦਾ ਮਨ ਖਿੜ ਜਾਂਦਾ ਜੀ। ਹਾਂਜੀ। ਮਨ ਖਿੜਿਆ ਹਰਿਆ ਬਾਗ, ਗੁਰਬਾਣੀ 'ਚ ਵੀ ਮਹਾਰਾਜ ਦੱਸਦੇ ਜੀ। ਸੱਚੇ ਪਾਤਸ਼ਾਹ ਮਹਾਰਾਜ ਬੈਠੇ ਸਾਰਿਆਂ ਵੱਲ ਦ੍ਰਿਸ਼ਟੀ ਪਾ ਰਹੇ ਜੀ। ਹਾਂਜੀ। ਕਿਤਕ ਸਮੇਂ ਮਹਿ ਉੱਠ ਕਰ ਚਾਲੇ। ਮਹਾਰਾਜ ਕੁਝ ਕੁ ਸਮਾਂ ਬੈਠੇ, ਬਾਅਦ ਚੋਂ ਮਹਾਰਾਜ ਨੇ ਚੱਲਣ ਦਾ ਵਿਚਾਰ ਬਣਾਇਆ। ਮਹਾਰਾਜ ਕਹਿੰਦੇ ਚਲੋ ਭਾਈ ਚੱਲੀਏ। ਹਾਂਜੀ। ਸ਼੍ਰੀ ਹਰਿ ਰਾਏ ਨਿਕਟ ਹੈ ਨਾਲੇ। ਸ਼੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਨਾਲ ਹੀ ਨੇ ਜੀ। ਬਚਪਨ ਦੀ ਉਮਰ ਹੈ। ਅੱਜ ਚਿੱਟੇ ਰੰਗ ਦਾ 36 ਕਲੀਆਂ ਵਾਲਾ ਜਾਮਾ ਪਾਇਆ ਜੀ। ਹਾਂਜੀ। 9 ਕਲੀਆਂ ਇੱਕ ਪਾਸੇ ਨੇ ਜੀ। ਚਿੱਟੇ ਰੰਗ ਦਾ ਦਸਤਾਰਾ, ਜੇ ਮੁਖ ਤੇ ਦਾੜਾ ਨਹੀਂ ਆਇਆ, ਪਰਨਾ ਆਪਣੇ ਮੋਢੇ ਤੇ ਮਾਰਿਆ, ਰੱਖਿਆ ਸਜਾਇਆ ਤੇ ਸੰਗਤ ਜੀ ਨਾਲ ਤੁਰ ਪਏ ਜੀ ਗੁਰੂ ਹਰਿ ਰਾਏ ਸਾਹਿਬ। ਹਾਂਜੀ। ਸਨੈ ਸਨੈ ਜਿਮ ਆਗੇ ਗਏ। ਹਾਂਜੀ। ਤਿਸ ਪ੍ਰਕਾਰ ਹਟ ਆਵਤ ਭਏ। ਕਰਦਿਆਂ ਕਰਦਿਆਂ ਹੌਲੀ ਹੌਲੀ ਫੇਰ ਅੱਗੇ ਚੱਲਦੇ ਗਏ ਜੀ। ਹਾਂਜੀ। ਟੂਟਿਓ ਪਰਿਓ ਪੁਸ਼ਪ ਜਿਸ ਥਾਈ, ਤਹਾਂ ਪਹੁੰਚਤ ਭੇ ਜਗ ਸਾਈ। ਤੇ ਜਿਸ ਥਾਂ ਤੇ ਫੁੱਲ ਟੁੱਟਾ ਸੀਗਾ ਨਾ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਸ ਥਾਂ ਤੇ ਪਹੁੰਚ ਗਏ ਜੀ। ਜਗਤ ਦੇ ਮਾਲਕ ਸੱਚੇ ਪਾਤਸ਼ਾਹ ਉਸ ਥਾਂ ਉੱਤੇ ਪਹੁੰਚੇ। ਹਾਂਜੀ। ਪ੍ਰਥਮ ਗਏ ਦੇਖਿਓ ਬਿਦ ਭਲੇ। ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਾਰ ਕੀਤੀ ਵੀ ਅਸੀਂ ਪਹਿਲਾਂ ਗਏ ਸਾਂ, ਇੱਥੇ ਇੱਕ ਫੁੱਲ ਲੱਗਾ ਸੀਗਾ,
ਬੜਾ ਵਧੀਆ ਫੁੱਲ ਲੱਗਾ ਸੀ। ਹਾਂਜੀ, ਹੁਤੋ ਸਰਾਹਿਓ ਸੁੰਦਰ ਖਿਲੇ। ਅਸੀਂ ਉਸ ਫੁੱਲ ਦੀ ਤਾਰੀਫ ਵੀ ਕੀਤੀ ਸੀ ਵੀ ਇਹ ਫੁੱਲ ਬੜਾ ਸੋਹਣਾ ਖਿੜਿਆ ਹੋਇਆ। ਹਾਂਜੀ, ਜਬ ਹੈ ਬਿਲੋਕਿਓ ਟੂਟੋ ਪਰਿਓ। ਉਹ ਫੁੱਲ ਕਿੱਥੇ ਹੈ? ਤੇ ਨਾਲ ਇੱਕ ਪਾਸੇ ਵੇਖਿਆ ਤਾਂ ਉਹੋ ਹੀ ਫੁੱਲ ਧਰਤੀ ਤੇ ਟੁੱਟਿਆ ਹੋਇਆ ਪਿਆ ਸੀਗਾ ਜੀ। ਹਾਂਜੀ, ਰੁੱਖ ਤੋਂ ਵਾਹਿਗੁਰੂ ਬੂਟੇ ਤੋਂ ਵੱਖਰਾ ਹੋ ਗਿਆ ਜੀ ਤੇ ਟੁੱਟਿਆ ਪਿਆ ਸੀਗਾ ਜੀ। ਹਾਂਜੀ, ਸਤਿਗੁਰ ਬਾਕ ਉਚਾਰਨ ਕਰਿਓ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ, ਗੱਜ ਕੇ ਆਖੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਜੀ ਫਿਰ। ਹਾਂਜੀ, ਸ਼ਾਖਾ ਲੱਗਿਓ ਹਤੋ ਹਮ ਹੇਰਾ। ਮਹਾਰਾਜ ਕਹਿੰਦੇ ਟਾਹਣੀ ਨਾਲ ਲੱਗਾ ਹੋਇਆ ਫੁੱਲ ਅਸੀਂ ਆਪ ਵੇਖਿਆ ਸੀ ਇਹ। ਹਾਂਜੀ, ਅਬ ਇਹ ਕਹੈ ਤੋਰਿਓ ਸ਼ਿਤ ਗੇਰਾ। ਹੁਣ ਇਹ ਫੁੱਲ ਕਿੰਨੇ ਤੋੜ ਦਿੱਤਾ? ਕਹਿਣ ਲੱਗੇ ਕਿੰਨੇ ਫੁੱਲ ਤੋੜਿਆ। ਹਾਂਜੀ, ਉਪਮਾ ਮੁਖ ਪ੍ਰਸੰਨ ਕੀ ਪਾਵਤ। ਹਾਂਜੀ, ਖਿਰੀ ਪੰਖੁਰੀ ਸਹੋ ਸੁਹਾਵਤ। ਤੇ ਗੁਰਮੁਖੋ ਮਹਾਰਾਜ ਨੇ ਕਿਹਾ ਬੜਾ ਸ਼ੋਭਾ ਪਾ ਰਿਹਾ ਸੀ, ਫੁੱਲ ਦਾ ਚਿਹਰਾ ਬੜਾ ਖਿੜਿਆ ਹੋਇਆ ਸੀ। ਕੀ ਕਾਰਨ ਹੋਇਆ? ਕਿੰਨੇ ਤੋੜਿਆ ਜੀ? ਇਹ ਨਹੀਂ ਵੀ ਮਹਾਰਾਜ ਨੂੰ ਪਤਾ ਨਹੀਂ ਸੀ ਹੈਗਾ, ਪਤਾ ਤੇ ਹੈ ਸੀ, ਪਰ ਮਹਾਰਾਜ ਵੀ ਵੇਖਣਾ ਚਾਹੁੰਦੇ ਸੀ ਵੀ ਕੌਣ ਸੱਚ ਦੱਸਦਾ ਜੀ, ਕੌਣ ਸੱਚ ਦੱਸਦਾ। ਜਿੰਨੇ ਸੇਵਕ ਮਹਾਰਾਜ ਨਾਲ ਅੱਗੇ ਗਏ ਸਨ ਉਹ ਤੇ ਸਾਰੇ ਚੁੱਪ ਖਲੋਤੇ ਸੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਫੁੱਲ ਕਿੰਨਾ ਤੋੜਿਆ। ਹਾਂਜੀ, ਹੁਤੇ ਸੰਗ ਸੋ ਕਿਨਹੋ ਨਾ ਜਾਣਾ। ਟੂਟਨ ਕਾਰਨ ਨਹੀਂ ਬਖਾਨਾ। ਕਿਸੇ ਨੇ ਟੁੱਟਣ ਦਾ ਕਾਰਨ ਨਹੀਂ ਦੱਸਿਆ ਵੀ ਮਹਾਰਾਜ ਫੁੱਲ ਕਿਵੇਂ ਟੁੱਟ ਗਿਆ। ਹਾਂਜੀ, ਜਬ ਸਭ ਹਿਨ ਮੁਖ ਤੂਸ਼ਨ ਠਾਨੇ। ਜਦੋਂ ਐ ਸਾਰੇ ਚੁੱਪ ਹੋ ਗਏ, ਮਹਾਰਾਜ ਕਹਿਣ ਲੱਗੇ ਦੱਸੋ ਭਾਈ ਫੁੱਲ ਕਿੰਨੇ ਤੋੜਿਆ। ਹਾਂਜੀ, ਸ਼੍ਰੀ ਹਰਿ ਰਾਏ ਦਾਸ ਤਿਨ ਜਾਣੇ। ਤੇ ਜਿਹੜੇ ਦਾਸ ਸ੍ਰੀ ਗੁਰੂ ਹਰਿ ਸਾਹਿਬ ਜੀ ਦੇ ਨਾਲ ਸਨ ਜੀ, ਉਹਨਾਂ ਨੇ ਵੇਖ ਲਿਆ ਵੀ ਇਹ ਫੁੱਲ ਤੇ ਸ੍ਰੀ ਹਰਿ ਸਾਹਿਬ ਕੋਲੋਂ ਟੁੱਟਿਆ ਸੀਗਾ ਜੀ। ਉਹਨਾਂ ਫਿਰ ਦੱਸਣ ਦਾ ਮਨ ਬਣਾਇਆ ਵੀ ਮਹਾਰਾਜ ਨੂੰ ਦੱਸੀਏ। ਹਾਂਜੀ, ਹਾਥ ਜੋਰ ਸਭ ਹੇਤ ਸੁਨਾਏ। ਉਸ ਸੇਵਕ ਨੇ ਹੱਥ ਜੋੜੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਤੇ ਸਾਰੀ ਗੱਲ ਦੱਸੀ ਜੀ। ਹਾਂਜੀ, ਸ਼੍ਰੀ ਹਰਿ ਰਾਏ ਚਲਤ ਉਤਲਾਏ। ਮਹਾਰਾਜ ਅਸੀਂ ਨਾਲ ਸਾਂ, ਸ੍ਰੀ ਹਰਿ ਸਾਹਿਬ ਜੀ ਪਿੱਛੇ ਰਹਿ ਗਏ ਸਨ, ਅਸੀਂ ਛੇਤੀ ਨਾਲ ਆਪ ਜੀ ਨੂੰ ਮਿਲਣਾ ਚਾਹੁੰਦੇ ਸਾਂ ਤੇ ਸ੍ਰੀ ਹਰਿ ਸਾਹਿਬ ਜੀ ਦੇ ਜਾਮੇ ਦੇ ਨਾਲ ਲੱਗ ਕੇ ਇਹ ਫੁੱਲ ਟਾਹਣੀ ਤੋਂ ਟੁੱਟ ਗਿਆ ਹੈ। ਹਾਂਜੀ, ਦੀਰਘ ਜਾਮਾ ਅਟਕਿਓ ਯਾਸੋ। ਜਾਮਾ ਇੱਕਦਮ ਹਵਾ ਹੋਣ ਕਰਕੇ ਖੁੱਲ ਗਿਆ, ਜਿਹਦੇ ਕਰਕੇ ਜਾਮਾ ਟਾਹਣੀ ਨਾਲ ਅਟਕ ਗਿਆ ਸੀ। ਟਾਹਣੀ ਤੇ ਫੁੱਲ ਸੀਗਾ, ਜਾਮਾ ਇਸ ਤਰੀਕੇ ਨਾਲ ਅਟਕਿਆ। ਜਦੋਂ ਬਾਬਾ ਜੀ ਨੇ ਜਾਮਾ ਖਿੱਚਿਆ, ਗੁਰੂ ਹਰਿ ਸਾਹਿਬ ਨੇ ਜਾਮਾ ਖਿੱਚਿਆ ਤੇ ਫੁੱਲ ਟੁੱਟ ਗਿਆ। ਹਾਂਜੀ, ਪਰਿਓ ਟੂਟ ਧਰ ਤੁਰੰਤਾ ਸੋ। ਉਸੇ ਵੇਲੇ ਹੀ ਟੁੱਟ ਗਿਆ ਮਹਾਰਾਜ ਇਹ ਫੁੱਲ। ਹਾਂਜੀ, ਸੁਨ ਸ਼੍ਰੀ ਮੁਖ ਤੇ ਸੁਮਤ ਬਤਾਵੇਂ। ਤੇ ਹੁਣ ਦੋਵੇਂ ਹੱਥ ਜੋੜੋ, ਸਾਰੇ ਜੋੜੋ, ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਫੇਰ ਆਖੋ ਸਾਰੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਹਾਰਾਜ ਸਾਰਿਆਂ ਨੂੰ ਕਹਿੰਦੇ ਭਾਈ ਹੁਣ ਸਾਰੇ ਕੁਝ ਸਮਾਂ ਇੱਥੇ ਹੀ ਖਲੋਵੋ। ਕਹਿਣ ਲੱਗੇ ਕੋਈ ਅੱਗੇ ਨਹੀਂ ਜਾਏਗਾ, ਸਾਰੇ ਉੱਥੇ ਖਲੋ ਗਏ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਨੇ ਸੁਮਤ ਦੇਣ ਵਾਸਤੇ ਬਚਨ ਉਚਾਰਨ ਕੀਤਾ ਜੀ। ਹਾਂਜੀ, ਜੋ ਦੀਰਘ ਜਾਮਾ ਗਰ ਪਾਵੇਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਆਪਣੇ ਗਲੇ ਵਿੱਚ ਵੱਡੇ ਚੋਲੇ ਪਾਉਣ, ਕਹਿਣ ਲੱਗੇ ਜਿਨ੍ਹਾਂ ਦੇ ਜਾਮੇ ਵੱਡੇ ਹੋਣ, ਜਿਨ੍ਹਾਂ ਦੇ ਚੋਲੇ ਵੱਡੇ ਹੋਣ। ਹਾਂਜੀ, ਕਿਉਂ ਨਾ ਸੰਕੋਚ ਸੰਭਾਰ ਚਲੰਤੇ। ਤੇ ਉਹ ਫਿਰ ਜਾਮਾ ਸੰਕੋਚ ਕੇ ਕਿਉਂ ਨਹੀਂ ਚੱਲਦੇ। ਕਹਿਣ ਲੱਗੇ ਅੱਜ ਕੇ ਆਖੋ ਵਾਹਿਗੁਰੂ। ਕਹਿਣ ਦਾ ਭਾਵ ਇਹ ਸੀ ਜੇ ਗਲ ਵਿੱਚ ਜਾਮਾ ਵੱਡਾ ਪਾਇਆ ਤੇ ਫਿਰ ਧਿਆਨ ਨਾਲ ਤੁਰਨਾ ਚਾਹੀਦਾ ਜੀ। ਕਹਿਣ ਦਾ ਭਾਵ ਇਹ ਸੀ। ਹਾਂਜੀ, ਜਿਹੇ ਪਸਰਤ ਗਨ ਬਿਗਨ ਪਰੰਤੇ। ਕਿਉਂ? ਜੇ ਤੇ ਜਾਮਾ ਜਿਸ ਜਾਮੇ ਨਾਲ ਤਨ ਸੁੰਦਰ ਲੱਗਦਾ ਹੈ, ਜਿਸ ਜਾਮੇ ਦੇ ਨਾਲ ਤਨ ਸ਼ੋਭਾ ਪਾਉਂਦਾ ਹੈ, ਜਦੋਂ ਉਹ ਜਾਮਾ ਫੈਲ ਜਾਏ ਹੋ ਸਕਦਾ ਹੈ ਕਿਸੇ ਫੁੱਲ ਨੂੰ ਉਹਦੇ ਤੋਂ ਨੁਕਸਾਨ ਹੋ ਜੇ। ਕਹਿਣ ਲੱਗੇ ਹਾਂਜੀ, ਸੁਨੀ ਪਿਤਾਮੇ ਕੀ ਇਮਬਾਨੀ। ਹਾਂਜੀ, ਸ਼੍ਰੀ ਹਰਿ ਰਾਏ ਬੰਦਨਾ ਠਾਨੀ। ਇੰਨੀ ਗੱਲ ਕੀਤੀ ਜੀ, ਇੰਨੀ ਗੱਲ ਜੀ, ਕੋਈ ਲੰਮੀ ਕਥਾ ਨਹੀਂ ਕੀਤੀ ਜੀ। ਇੰਨੀ ਗੱਲ ਕੀਤੀ ਵੀ ਜਿਹੜੇ ਵੱਡੇ ਚੋਲੇ ਪਾਉਣ ਉਹਨਾਂ ਨੂੰ ਸੰਭਾਲ ਕੇ ਤੁਰਨਾ ਚਾਹੀਦਾ ਜੀ। ਚੋਲੇ
ਚੋਲੇ ਸੰਭਾਲ ਕੇ ਤੁਰਨਾ ਚਾਹੀਦਾ। ਹੁਣ ਤੇ ਚੋਲਿਆਂ ਦੀ ਲਾਜ ਹੀ ਨਹੀਂ ਰਹਿਣ ਦਿੱਤੀ ਜੀ ਇਹਨਾਂ ਨੇ ਜੀ, ਨਹੀਂ ਰਹਿਣ ਦਿੱਤੀ ਲਾਜ ਚੋਲਿਆਂ ਦੀ। ਚੋਲੇ ਪਾ ਕੇ ਜਿਹੜੇ ਪੁੱਠੇ ਕੰਮ ਕੀਤੇ ਉਹ ਜੱਗ ਜ਼ਾਹਰ ਨੇ ਜੀ। ਹਾਂਜੀ, ਇਹ ਦੋਵੇਂ ਪਾਸੇ ਦੀ ਸਿੱਖਿਆ ਜੀ, ਦੋਵੇਂ ਪਾਸੇ ਦੀ। ਇੱਕ ਤੇ ਜਿਨ੍ਹਾਂ ਵੱਡੇ ਚੋਲੇ ਪਾਏ ਹੋਣ, ਚੋਲੇ ਸੰਭਾਲ ਕੇ ਤੁਰਨ ਤਾਂ ਕਿ ਫੁੱਲ ਬੂਟਾ ਨਾ ਟੁੱਟੇ ਜੀ। ਤੇ ਇੱਕ ਜਿਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਹੋਵੇ, ਜਿਨ੍ਹਾਂ ਦੀ ਪਦਵੀ ਵੱਡੀ ਹੋਵੇ, ਉਹ ਆਪਣੀ ਪਦਵੀ ਦਾ ਧਿਆਨ ਰੱਖਣ, ਉਹ ਕਿਸੇ ਬੰਦੇ ਨੂੰ ਤੋੜਨ ਨਾ ਬਲਕਿ ਜੋੜਨ ਜੀ। ਕਿਉਂ? ਜੋੜਨ ਜਿੰਨਾ ਪੁੰਨ ਨਹੀਂ ਤੇ ਤੋੜਨ ਜਿੰਨਾ ਪਾਪ ਨਹੀਂ ਜੀ। ਜੋੜਨਾ ਬੜਾ ਵੱਡਾ ਪੁੰਨ ਹੈ। ਜਿਹੜਾ ਫੁੱਲ ਇੱਕ ਵਾਰ ਟਾਹਣੀ ਤੋਂ ਟੁੱਟ ਗਿਆ ਜੀ, ਹਾਂਜੀ, ਲੱਖ ਭਾਵੇਂ ਫੈਵੀਕਵਿਕ ਵੀ ਉੱਥੇ ਲਾ ਲਿਓ, ਉਹਨੇ ਨਹੀਂ ਜੁੜਨਾ ਜੀ ਉੱਥੇ ਜੀ। ਹਾਂਜੀ, ਉਹ ਗੱਲ ਨਹੀਂ ਬਣਨੀ ਜੀ, ਉਹਦਾ ਵਿਕਾਸ ਨਹੀਂ ਹੋਣਾ ਜੀ। ਫਿਰ ਜੀ ਉਹ ਉੱਥੇ ਖਲੋ ਜਾਣਾ ਜੀ। ਹਾਂਜੀ, ਇੰਨਾ ਹੀ ਬਚਨ ਕੀਤਾ। ਜਿੰਨਾ ਸਿੱਖਿਆ ਲੈਣੀ ਹੋਵੇ ਨਾ ਜੀ, ਉਹ ਛੋਟੀ ਗੱਲ ਤੋਂ ਬੜੀ ਬੜੀ ਵੱਡੀ ਸਿੱਖਿਆ ਲੈ ਲੈਂਦੇ ਜੀ। ਬਸ ਇੰਨਾ ਹੀ ਬਚਨ ਸੁਣਿਆ ਵੀ ਜਿੰਨਾ ਚੋਲੇ ਵੱਡੇ ਪਾਏ ਹੋਣ ਉਹ ਸਾਂਭ ਕੇ ਤੁਰਨ ਜੀ। ਉਸੇ ਵੇਲੇ ਹਰ ਰਾਏ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਹੱਥ ਰੱਖ ਕੇ ਮੱਥਾ ਟੇਕਿਆ ਜੀ। ਤੁਸੀਂ ਵੀ ਟੇਕੋ ਸਾਰੇ। ਧੰਨ ਸ੍ਰੀ ਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਉਸੇ ਵੇਲੇ ਨਮਸਕਾਰ ਕਰ ਦਿੱਤੀ। ਸ੍ਰੀ ਹਰਿ ਰਾਏ ਬੰਦਨਾ ਠਾਨੀ। ਹਾਂਜੀ, ਤੁਰੰਤ ਸੰਕੋਚਿਓ ਜਾਮਾ ਗਰ ਕੋ। ਬਸ ਉਹ ਦਿਨ ਗਿਆ ਜਿਤਨੀ ਉਮਰ ਧੰਨ ਸ੍ਰੀ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਨੇ ਸਰੀਰ ਵਿੱਚ ਰਹਿ ਕੇ ਸਫਲੀ ਕੀਤੀ, ਸਾਰੀ ਉਮਰ ਗੁਰਮੁਖੋ ਜਾਮਾ ਫੜ ਕੇ ਰੱਖਿਆ ਜੀ ਆਪਣਾ ਜੀ। ਜਾਮਾ ਤੇ ਵੱਡਾ ਹੀ ਪਾਇਆ ਜੀ, ਪਰ ਜਾਮਾ ਫੜ ਕੇ ਰੱਖਿਆ, ਸੰਕੋਚ ਕੇ ਜਾਮਾ ਰੱਖਿਆ ਜੀ। ਹਾਂਜੀ, ਕਰਿਓ ਸਵਾਰਨ ਪਾਏ ਸੋ ਕਰ ਕੋ। ਤੇ ਸਦਾ ਹੀ ਜਾਮਾ ਪਾ ਕੇ ਇੱਕ ਪਾਸੋਂ ਹੱਥ ਨਾਲ ਇਕੱਠਾ ਕਰਕੇ ਰੱਖਦੇ ਹੁੰਦੇ ਸਨ। ਜਦੋਂ ਤੁਰਨਾ ਇਹ ਨਹੀਂ ਉਦੋਂ ਹੀ ਜੀ। ਉਦੋਂ ਤੇ ਮਹਾਰਾਜ ਬਚਨ ਕਰਕੇ ਤੁਰ ਪਏ ਜੀ ਅੱਗੇ। ਹਾਂਜੀ, ਪਰ ਉਹਦੇ ਤੋਂ ਬਾਅਦ ਸਾਰੀ ਉਮਰ ਜੀ, ਜਿੰਨੀ ਉਮਰ ਮਹਾਰਾਜ ਜੀ ਰਹੇ, ਸੱਚੇ ਪਾਤਸ਼ਾਹ ਆਪਣਾ ਜਾਮਾ ਫੜ ਕੇ ਤੁਰਦੇ ਰਹੇ ਜੀ। ਜਾਮਾ ਫੜ ਕੇ ਜੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਨੂੰ ਸਿੱਖਿਆ ਸੁਣਨ ਦਾ ਸ਼ੌਂਕ ਹੋਵੇ, ਮੰਨਣ ਦਾ ਸ਼ੌਂਕ ਹੋਵੇ, ਗੁਰਮੁਖੋ ਵੇਖੋ ਮਹਾਰਾਜ ਨੇ ਕੋਈ ਲੰਮੀ ਚੌੜੀ ਤੇ ਕਥਾ ਕੀਤੀ ਨਹੀਂ ਉੱਥੇ ਜੀ। ਬਸ ਇੰਨਾ ਹੀ ਬਚਨ ਕੀਤਾ ਵੀ ਜੇ ਵੱਡਾ ਪਾਇਆ ਤੇ ਫਿਰ ਸਾਂਭ ਕੇ ਚੱਲਣਾ ਚਾਹੀਦਾ। ਇੱਕ ਵਾਰ ਜਿਹੜਾ ਟੁੱਟ ਗਿਆ ਸੋ ਟੁੱਟ ਗਿਆ ਜੀ, ਹੁਣ ਉਹ ਵਾਪਸ ਨਹੀਂ ਜੁੜ ਸਕਦਾ। ਹਾਂਜੀ, ਤਬ ਤੇ ਮਾਨਿਓ ਬਚਨ ਭਲੇ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਉਦੋਂ ਤੋਂ ਲੈ ਕੇ ਸਾਰੀ ਉਮਰ ਹੀ ਉਹ ਬਚਨ ਬੜੇ ਭਲੀ ਪ੍ਰਕਾਰ ਮੰਨੇ ਜੀ। ਹਾਂਜੀ, ਜਬ ਲਓ ਜੀਏ ਨਾ ਸ਼ੋਰ ਚਲੇ ਹੈ। ਜਿੰਨਾ ਚਿਰ ਤੱਕ ਮਹਾਰਾਜ ਸਰੀਰ ਵਿੱਚ ਰਹੇ ਫਿਰ ਜਾਮਾ ਨਹੀਂ ਛੱਡਿਆ ਜੀ ਉਹਨਾਂ ਨੇ। ਗੱਜ ਕੇ ਆਖੋ ਵਾਹਿਗੁਰੂ। ਉਹ ਹੱਥ ਵਿੱਚ ਜਦੋਂ ਤੁਰਨਾ ਇੱਕ ਪਾਸੇ ਸਾਰਾ ਸੰਕੋਚ ਕੇ ਹੱਥ ਵਿੱਚ ਫੜ ਲੈਣਾ ਜੀ ਜਾਮਾ। ਹਾਂਜੀ, ਛਤ ਪਾਲਨ ਕੋ ਜਾਮਾ ਪਾਵੇਂ। 9 ਪੱਲਿਆਂ ਦਾ ਹੀ ਜਾਮਾ ਪਾਉਂਦੇ ਰਹੇ। ਗੱਜ ਕੇ ਆਖੋ ਵਾਹਿਗੁਰੂ। ਇੱਕ ਅੱਧੀ ਵਾਰ ਗਲਤੀ ਹੋ ਜੇ ਤੇਰਾ ਮਤਲਬ ਇਹ ਨਹੀਂ ਵੀ ਆਪਣਾ ਜਾਮਾ ਹੀ ਛੱਡ ਦੇਣਾ ਜੀ। ਉਹ ਜੀ ਆਪਣਾ ਪਹਿਰਾਵਾ ਹੀ ਛੱਡ ਦੇਣਾ ਜੀ। ਜਿਹੜਾ ਮਹਾਰਾਜ ਨੇ ਪਰਮੇਸ਼ਰ ਨੇ ਸਾਨੂੰ ਬਖਸ਼ਿਸ਼ ਕੀਤਾ ਜੀ, ਜਾਮਾ ਤੇ ਉਹ ਰੱਖਣਾ ਜੀ। ਹਾਂਜੀ, ਪਰ ਧਿਆਨ ਰੱਖਣਾ ਸਾਰੀ ਉਮਰ ਹੀ ਜਾਮਾ ਫੜ ਕੇ ਰੱਖਿਆ ਜੀ। ਫਿਰ ਹਾਂਜੀ, ਚੱਲਣ ਸਮੇਂ ਕਰ ਤੇ ਸੁਖ ਚਾਵੇਂ। ਚੱਲਣ ਸਮੇਂ ਤੇ ਬਹੁਤਾ ਸੰਕੋਚ ਕਰਦੇ ਸਨ, ਮੇਰੇ ਜਾਮੇ ਨਾਲ ਕੋਈ ਟੁੱਟ ਨਾ ਜਾਵੇ। ਗੱਜ ਕੇ ਆਖੋ ਵਾਹਿਗੁਰੂ। ਹੁਣ ਵੀ ਕੌਮ ਦੀਆਂ ਵੱਡੀਆਂ ਵੱਡੀਆਂ ਪਦਵੀਆਂ ਤੇ ਬਹਿ ਕੇ, ਹਾਂਜੀ, ਤੇ ਕੌਮ ਨੂੰ ਤੋੜਿਆ ਹੀ ਜੀ। ਪਦਵੀ ਤੇ ਮਿਲ ਗਈ ਜੀ, ਪਰ ਪਦਵੀ ਸਾਂਭਣੀ ਨਹੀਂ ਜੀ ਆਈ ਜੀ। ਹਾਂਜੀ, ਉਹ ਤੋੜਿਆ ਹੀ ਜੀ, ਸਕੋਂ ਜੋੜਿਆ ਨਹੀਂ ਜੀ। ਹਾਂਜੀ, ਵੱਡੀਆਂ ਪਦਵੀਆਂ ਤੇ ਬਹਿਣਾ ਸੌਖਾ ਹੈਗਾ ਸੰਗਤ ਜੀ, ਇਹਨਾਂ ਉੱਤੇ ਬਹਿ ਕੇ ਸਹੀ ਤਰੀਕੇ ਨਾਲ ਚੱਲਣਾ ਬੜਾ ਔਖਾ ਹੈਗਾ ਜੀ। ਗੁਰੂ ਹੀ ਚਲਾਵੇ ਤੇ ਠੀਕ ਹੈ ਜੀ। ਮਹਾਰਾਜ ਨੇ ਸਾਰੀ ਉਮਰ ਫਿਰ ਜਾਮਾ ਸੰਕੋਚ ਕੇ ਰੱਖਿਆ, ਯਤਨ ਕੀਤਾ। ਜ਼ਿੰਦਗੀ ਤਾਂ ਹੀ ਸਫਲੀ ਜੇ ਕਿਸੇ ਨੂੰ ਜੋੜ ਦਈਏ ਜੀ। ਜੇ ਤੋੜਨਾ ਹੈ ਫਿਰ ਗੱਲ ਨਹੀਂ ਬਣੇਗੀ। ਹਾਂਜੀ, ਸੀਖ ਪਿਤਾਮੇ ਕੀ ਨਾ ਵਿਸਾਰੀ। ਸੀਖ ਪਿਤਾਮੇ ਕੀ ਨਾ ਵਿਸਾਰੀ। ਸਾਰੀ ਉਮਰ ਹੀ ਆਪਣੇ ਦਾਦਾ ਸਤਿਗੁਰੂ ਜੀ ਦੀ ਸਿੱਖਿਆ ਨੂੰ ਪੱਲੇ ਬੰਨ੍ਹ ਕੇ ਰੱਖਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਇਧਰੋਂ ਸੁਣਿਆ ਤੇ ਇਧਰੋਂ ਕੱਢ ਦਿੱਤਾ ਜੀ। ਬਹੁਤਾ ਹਿਸਾਬ ਕਿਤਾਬ ਐਸਾ ਹੀ ਹੈ। ਹਾਂਜੀ, ਇੱਕ ਕੰਨ ਤੋਂ ਸੁਣਿਆ ਜੀ
ਤੇ ਦੂਜੇ ਤੋਂ ਕੱਢ ਦਿੱਤਾ ਜੀ। ਕੋਈ ਜਾਂ ਸਿੱਖਿਆ ਦਾ ਅਸਰ ਰਹੇਗਾ 5-7 ਦਿਨ ਜੀ, ਹਾਂਜੀ, ਬਾਅਦ ਚੋਂ ਫਿਰ ਉਹੀ ਰਾਹ ਸ਼ੁਰੂ ਹੋ ਜਾਂਦਾ ਕੰਮ ਜੀ। ਸਾਰੀ ਉਮਰ ਹੀ ਆਪਣੇ ਦਾਦਾ ਜੀ ਦੀ ਸਿੱਖਿਆ ਨੂੰ ਵਿਸਾਰਿਆ ਨਹੀਂ, ਭੁਲਾਇਆ ਨਹੀਂ। ਹਾਂਜੀ, ਸ਼੍ਰੀ ਹਰਿ ਰਾਏ ਪ੍ਰਤੱਗਿਆ ਧਾਰੀ, ਹਾਂਜੀ, ਜਿਮ ਸ਼੍ਰੀ ਨਾਨਕ ਸੇਵਤ ਰਹੇ, ਹਾਂਜੀ। ਗੁਰ ਅੰਗਦ ਬੜ ਰਜ ਦੁਖ ਸਹੇ। ਤੇ ਉਸ ਸਮੇਂ ਫਿਰ ਪ੍ਰਤੱਗਿਆ ਧਾਰਨ ਕੀਤੀ ਜੀ। ਪ੍ਰਤੱਗਿਆ ਵੀ ਜਿਸ ਤਰੀਕੇ ਨਾਲ ਗੁਰੂ ਅੰਗਦ ਸਾਹਿਬ ਨੇ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਜੀ ਦੀ, ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਸੇਵਾ ਗੁਰੂ ਅਮਰਦਾਸ ਜੀ ਨੇ ਕੀਤੀ ਜੀ। ਇੱਕ ਦਿਨ ਗੁਰੂ ਅੰਗਦ ਦੇਵ ਸਾਹਿਬ ਗੁਰੂ ਅਮਰਦਾਸ ਸਾਹਿਬ ਨੂੰ ਕਹਿੰਦੇ ਚਲੋ ਸਾਡੇ ਨਾਲ ਤੁਰੋ ਜੀ। ਤੁਰਨ ਲੱਗ ਪਏ ਤੇ ਗੁਰਮੁਖੋ ਤੁਰਦਿਆਂ ਤੁਰਦਿਆਂ, ਹੁਣ ਜਦੋਂ ਬੰਦਾ ਤੁਰਦਾ ਜੀ ਤੇ ਬਾਹਾਂ ਅੱਗੇ ਪਿੱਛੇ ਹੁੰਦੀਆਂ ਜੀ ਬੰਦੇ ਦੀਆਂ ਜੀ। ਇੱਕ ਬਾਂਹ ਕਿਤੇ ਗੁਰੂ ਅੰਗਦ ਦੇਵ ਸਾਹਿਬ ਤੋਂ ਅੱਗੇ ਲੰਘ ਗਈ ਜੀ। ਉਸ ਦਿਨ ਤੋਂ ਬਾਂਹ ਇੱਥੇ ਲਾ ਲਈ ਜੀ ਗੁਰੂ ਅਮਰਦਾਸ ਸਾਹਿਬ ਨੇ ਵੀ ਇਸ ਬਾਂਹ ਤੋਂ ਕੰਮ ਨਹੀਂ ਲੈਣਾ, ਕੰਮ ਨਾ ਲਿਆ ਜੀ। ਗਾਗਰ ਭਰਨ ਜਾਣਾ, ਇੱਕ ਇੱਦਾਂ ਹੀ ਰੱਖ ਕੇ ਨਾ ਜੀ ਸਿਰ ਤੇ, ਇੱਦਾਂ ਹੀ ਡੁਬਕੀ ਮਾਰ ਕੇ ਤੇ ਗਾਗਰ ਚੁੱਕ ਲੈਣੀ ਜੀ। ਤੇ ਗੁਰੂ ਅੰਗਦ ਦੇਵ ਸਾਹਿਬ ਪੁੱਛਣ ਲੱਗੇ ਵੀ ਇਹ ਬਾਂਹ ਤੋਂ ਕੰਮ ਕਿਉਂ ਨਹੀਂ ਲੈ ਰਹੇ? ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਮਹਾਰਾਜ ਇਸ ਬਾਂਹ ਨੇ ਗਲਤੀ ਬੜੀ ਵੱਡੀ ਕੀਤੀ ਹੈ। ਕਹਿੰਦੇ ਜੀ ਕੀ? ਕਹਿਣ ਲੱਗੇ ਜਦੋਂ ਆਪ ਜੀ ਤੁਰ ਰਹੇ ਸੀ ਮੇਰੇ ਤੇ ਕਿਰਪਾ ਕਰਕੇ ਤੁਸੀਂ ਮੈਨੂੰ ਆਪਣੇ ਨਾਲ ਤੋਰਿਆ, ਮੇਰੇ ਵੱਡੇ ਭਾਗ, ਪਰ ਇਹ ਬਾਂਹ ਅੱਗੇ ਲੰਘ ਗਈ ਕਹਿਣ ਲੱਗੇ ਤੁਹਾਡੇ ਤੋਂ। ਹਾਂਜੀ, ਤੇ ਹੁਣ ਤੇ ਵਾਹਿਗੁਰੂ ਮਿਹਰ ਹੀ ਕਰੇ ਜੀ, ਕਦੀ ਅੱਗੇ ਤੇ ਕਦੀ ਪਿੱਛੇ। ਹਾਂਜੀ, ਉਹ ਬਾਂਹ ਕੀ ਬੰਦਾ ਹੀ ਗੁਰੂ ਤੋਂ ਅੱਗੇ ਹੋ ਕੇ ਤੁਰੀ ਜਾਂਦਾ ਜੀ। ਹਾਂਜੀ, ਬਰਾਬਰਤਾ ਨਾਲ ਤੁਰਨਾ ਵੀ ਵਾਹਿਗੁਰੂ ਸਮਾਤੀ ਬਖਸ਼ੇ ਜੀ। ਹਾਂਜੀ, ਅਵਲ ਤੇ ਸਿੱਖ ਨੇ ਹਮੇਸ਼ਾ ਪਿੱਛੇ ਤੁਰਨਾ। ਉਹਨਾਂ ਨੂੰ ਮਹਾਰਾਜ ਨੇ ਨਾਲ ਤੋਰਿਆ ਸੀ, ਸਾਡੇ ਨਾਲ ਚੱਲੋ। ਹਾਂਜੀ, ਮਹਾਰਾਜ ਹੁਣ ਇਸ ਬਾਂਹ ਤੋਂ ਕੰਮ ਨਹੀਂ ਲੈਣਾ, ਇਸ ਬਾਂਹ ਨੇ ਗਲਤੀ ਕੀਤੀ ਹੈ। ਮਹਾਰਾਜ ਕਹਿੰਦੇ ਕੋਈ ਨਹੀਂ, ਅਸੀਂ ਤੁਹਾਡੀ ਬਾਂਹ ਬਖਸ਼ ਦਿੱਤੀ ਹੈ, ਤੋਂ ਕੰਮ ਲਓ ਕਹਿਣ ਲੱਗੇ। ਫਿਰ ਉਸ ਬਾਂਹ ਤੋਂ ਕੰਮ ਲੈਣਾ ਸ਼ੁਰੂ ਕੀਤਾ ਜੀ। ਕਹਿਣ ਦਾ ਭਾਵ ਇਹ ਹੈ, ਇਹ ਪ੍ਰਤੱਗਿਆ ਗੁਰੂ ਹਰਿਰਾਏ ਸਾਹਿਬ ਜੀ ਨੇ ਧਾਰਨ ਕੀਤੀ ਬਾਗ 'ਚ ਖਲੋ ਕੇ ਜੀ। ਹਾਂਜੀ, ਇੰਨੀ ਗੱਲ ਹੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਜੇ ਜਾਮਾ ਵੱਡਾ ਪਾਇਆ ਤੇ ਸੰਕੋਚ ਕੇ ਚੱਲੋ। ਸਾਰੀ ਉਮਰ ਹੀ ਗੁਰੂ ਜੀ ਦਾ ਬਚਨ ਕਮਾਇਆ, ਸਾਰੀ ਉਮਰ ਹੀ ਬਚਨ ਤੇ ਗੁਰਮੁਖ ਹੋ ਜਾਂਦਾ ਤੇ 4-5 ਦਿਨ ਚੇਤਾ ਰਹਿੰਦਾ। ਕੌਣ ਸਾਰੀ ਉਮਰ ਚੇਤਾ ਰੱਖਦਾ ਜੀ? ਸਾਰੀ ਉਮਰ ਹੀ ਫਿਰ ਜਿੰਨੀ ਉਮਰ ਰਹੀ ਨਾ ਜੀ, ਜਾਮਾ ਸੰਕੋਚ ਕੇ ਚੱਲਦੇ ਰਹੇ। ਹੁਣ ਇਹਦੇ ਤੋਂ ਅਗਲਾ ਜਿਹੜਾ ਪ੍ਰਸੰਗ ਹੈ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਗੱਲ ਕੀ ਜੀ? ਇਹ ਜਾਮੇ, ਇਹ ਹਜ਼ੂਰੀਏ, ਇਹ ਦਸਤਾਰਾਂ ਗੁਰੂ ਜੀ ਨੇ ਬਖਸ਼ਿਸ਼ ਕੀਤੀਆਂ। ਜਿਹੜੇ ਧਾਰਮਿਕ ਬੰਦੇ ਪਾ ਲੈਂਦੇ ਨੇ ਫਿਰ ਉਹਨਾਂ ਨੂੰ ਹੋਰ ਸੰਕੋਚ ਕੇ ਰਹਿਣਾ ਪੈਂਦਾ, ਜੀਵਨ ਵਿੱਚ ਸੰਕੋਚ ਕੇ ਰਹਿਣਾ ਪੈਂਦਾ ਵੀ ਸਾਡੀ ਕੋਈ ਇਹੋ ਜਿਹੀ ਗਲਤੀ ਨਾ ਹੋ ਜੇ ਜਿਹਦੇ ਕਰਕੇ ਕੋਈ ਮਨੁੱਖ ਮਾਯੂਸ ਹੋ ਜੇ ਜੀ। ਹਾਂਜੀ, ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ, ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ। ਹਾਂ, ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਜਪੋ, ਅੰਦਰੋਂ ਵੀ ਹਰੇ ਭਰੇ ਰਹੋਗੇ ਤੇ ਬਾਹਰੋਂ ਵੀ ਹਰੇ ਭਰੇ ਰਹੋਗੇ ਜੀ। ਜਿੰਨਾ ਨਾਮ ਜਪਿਓ ਹਰੇ ਭਰੇ ਰਹੇ ਜੀ, ਸਾਰੀ ਉਮਰ ਹੀ ਹਰੇ ਭਰੇ ਰਹੇ। ਇੱਥੋਂ ਤੱਕ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਉਹ ਵੀ ਹਰੇ ਭਰੇ ਹੋ ਗਏ ਜੀ। ਹਾਂਜੀ, ਜਿਹੜੇ ਉਹਨਾਂ ਦੇ ਦਰਸ਼ਨ ਕਰਦੇ ਨਾ ਜੀ ਉਹ ਵੀ ਹਰੇ ਭਰੇ ਹੋ ਜਾਂਦੇ, ਉਹਨਾਂ ਅੰਦਰ ਵੀ ਨਾਮ ਦੀ ਖੇਡ ਤੁਰ ਪੈਂਦੀ ਜੀ। ਸੱਚੇ ਪਾਤਸ਼ਾਹ ਜੀ ਮਹਾਰਾਜ ਮਿਹਰ ਕਰਨ, ਕਿਰਪਾ ਕਰਨ। ਇਹ ਵੱਡੀ ਸਿੱਖਿਆ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਸਾਰੀ ਉਮਰ ਹੀ ਧਾਰਨ ਕੀਤੀ। ਅੱਜ ਵੀ ਸ੍ਰੀ ਕੀਰਤਪੁਰ ਸਾਹਿਬ ਵਿੱਚ ਉਹ ਬਾਗ ਹੈ ਜਿੱਥੇ ਇਹ ਘਟਨਾ ਵਰਤੀ ਸੀਗੀ ਜੀ। ਹੁਣ ਇਹਦੇ ਤੋਂ ਅਗਲਾ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। 2 ਮਿੰਟ ਵਾਹਿਗੁਰੂ ਵਾਹਿਗੁਰੂ ਸ਼ਬਦ ਜਪੀਏ, ਅੰਦਰ ਹਰਾ ਭਰਾ ਹੋਏਗਾ। ਫਿਰ ਆਪਾਂ ਖਿਮਾ ਮੰਗਾਂਗੇ। ਸਾਵਧਾਨ ਹੋ ਜਾਓ, ਲੱਕ ਸਿੱਧੇ ਕਰ ਲਓ ਜੀ। ਹਾਂਜੀ, ਪਤਾ ਲੱਗੇ ਵੀ ਤੁਸੀਂ ਅਭਿਆਸ ਕਰਨ ਵਾਸਤੇ ਬੈਠੇ ਹੋ। ਹਾਂਜੀ, ਬੜੇ ਪ੍ਰੇਮ ਨਾਲ ਆਖੋ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਨਾਲ ਅੰਦਰ ਹਰਿਆ ਭਰਿਆ ਰਹੇਗਾ, ਅੰਦਰ ਖਿੜਿਆ ਰਹੇਗਾ। ਨਾਮ ਜਪਣ ਵਾਲੇ ਪੁਰਸ਼ ਸਦਾ ਹੀ ਖਿੜੇ ਰਹਿੰਦੇ ਜੀ। ਨਾਨਕ ਭਗਤਾ ਹਾਂਜੀ ਉਹ ਵਿਕਾਸ ਵਿੱਚ ਰਹਿੰਦੇ, ਖਿੜੇ ਰਹਿੰਦੇ ਜੀ। ਹਾਂਜੀ ਇਸ ਸੰਸਾਰ ਦੇ ਮੁਰਝਾਏ ਹੋਏ ਬੰਦੇ ਵੀ ਬੜੇ ਜੇ ਜੀ। ਹਾਂਜੀ ਜਿਹਦੇ ਕੋਲ ਬਹਿ ਜਾਓ ਬਸ ਫਿਰ ਦੁੱਖ ਕੀਆ ਪੰਡਾ ਖੁੱਲੀਆਂ ਤੇ ਸੁੱਖ ਨਾ ਨਿਕਲਿਓ ਕੋਈ ਜੀ। ਹਾਂਜੀ ਉਹ ਐਸਾ ਆਪਣਾ ਸੁੱਕਾਪਨ ਬਾਹਰ ਖਿਲਾਰਦੇ ਜੀ, ਉਹ ਬਸ ਉਹਦੇ ਚੋਂ ਹਰਿਆਵਲਤਾ ਲੱਭਦੀ ਨਹੀਂ ਜੀ ਹੈਗੀ ਜੀ। ਤੇ ਕਹੇ ਗੁਰਮੁਖ ਮਹਾਂਪੁਰਖ ਲਾਗੇ ਬੈਠੋ, ਉਹਨੇ ਦੱਸਣਾ ਕੋਈ ਕਮੀ ਨਹੀਂ ਹੈਗੀ ਸਾਨੂੰ, ਉਹਨੇ ਕਹਿਣਾ ਕਿਉਂ ਪਰਮੇਸ਼ਰ ਨੇ ਸਾਰਾ ਕੁਝ ਦੇਤਾ। ਜਿਹੜਾ ਅੰਦਰ ਹੀ ਸੰਤੋਖ ਆ ਗਿਆ ਜੀ ਉਹਨੂੰ ਕਮੀ ਕਿੱਥੋਂ ਜਾਪਣੀ ਜੀ। ਹਾਂਜੀ ਸੱਚੇ ਪਾਤਸ਼ਾਹ ਮਿਹਰ ਕਰਨ, ਕਰੋ ਅਰਦਾਸ ਸਤਿਗੁਰੂ ਅੱਗੇ ਮਹਾਰਾਜ ਸਾਨੂੰ ਨਾਮ ਜਪਣ ਦਾ ਬਲ ਬਖਸ਼ਿਸ਼ ਕਰੋ। ਆਪਣਾ ਨਾਮ ਦੇਹੋ ਆਪਣਾ ਨਾਮ, ਆਪਣਾ ਨਾਮ ਦੇਹੋ 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 ਆਪਣਾ ਨਾਮ ਦੇਹੋ। ਵਾਹਿਗੁਰੂ 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 ਵਾਹਿਗੁਰੂ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਇਹ ਚਾਹ ਬਣ ਜੇ ਭੁੱਲਾਂ ਚੁੱਕਾਂ ਦੀ ਖਿਮਾ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।